ਡਾਕਟਰ ਸਾਹਿਬ ਕੋਈ ਕੰਪਨੀਆਂ ਦੇ ਨਾਮ ਦੱਸ ਸਕਦੇ ਹੋ ਜਿਨ੍ਹਾਂ ਨਾਲ ਡਾਕਟਰਾਂ ਦੇ ਮੁਆਇਦੇ ਨੇ, ਬਾਹਰੋਂ ਟੀਕੇ ਆਉਂਦੇ ਨੇ, ਕੋਈ ਚੀਜ਼ਾਂ ਹੋਰ ਆਉਂਦੀਆਂ ਵਾ, ਇਹ ਕਿਵੇਂ ਰੋਕਿਆ ਜਾ ਸਕਦਾ ਇਸ ਕੰਮ ਨੂੰ? ਜਿਹੜਾ ਨਾ ਵੀ ਥ੍ਰੈਡ ਕਰ ਰਹੇ ਨੇ ਵੀ ਕਦੀ ਜੀ ਨੌਕਰੀ ਨਹੀਂ ਕਰਨ ਦੇਣੀ, ਕਦੀ ਕੁਛ ਕਰਨਾ, ਕਦੀ ਕੁਛ ਕਰਨਾ। ਲਿਹਾਜ਼ਾ ਮੈਨੂੰ ਤਾਂ ਆਪਣੀ ਜਾਨ ਦਾ ਖਤਰਾ ਹੈ ਹੀ, ਲੇਕਿਨ ਜਦੋਂ ਮੇਰੇ ਨਾਲ ਕੋਈ ਘਾਟਾ ਵਾਧਾ ਹੋ ਜਾਏਗਾ ਤਾਂ ਮੇਰੇ ਨੁਕਸਾਨ ਦੇ ਨਫੇ ਦੇ ਜਿਹੜੇ ਹੈ ਨਾ ਜੀ ਵੀ ਇਹ ਲੋਕ ਜ਼ਿੰਮੇਦਾਰ ਹੋਣਗੇ। ਸਭ ਨਾਲੋਂ ਪਹਿਲੇ ਤਾਂ ਮੈਂ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਦਾ ਵੀ ਅੱਲਾਹ ਤਾਲਾ ਨੇ ਮੈਨੂੰ ਇੰਨੀ ਕੁ ਹਿੰਮਤ ਦਿੱਤੀ ਹੈ ਵੀ ਮੈਂ ਆਪਣੇ ਸ਼ਹਿਰ ਦੀ ਆਵਾਮ ਵਾਸਤੇ ਜਿਹੜਾ ਨਾ ਜੀ ਵੀ ਐਡਾ ਵੱਡਾ ਕਦਮ ਚੁੱਕਿਆ। ਤੇ ਜ਼ਿੰਦਗੀ ਮੌਤ ਅੱਲਾਹ ਦੇ ਹੱਥ 'ਚ ਹੈ, ਇੱਜ਼ਤ ਜ਼ਿਲਤ ਅੱਲਾਹ ਦੇ ਹੱਥ। ਕੰਪਨੀ ਵਾਲੇ ਨਾਲ ਜਿਹੜਾ ਨਾ ਵੀ ਉਹ ਡੀਲ ਕੀਤੀ ਹੁੰਦੀ ਹੈ, ਇਸ ਲਈ ਉਹ ਤਰਜੀਹ ਦਿੰਦੇ ਨੇ ਵੀ ਉਹੀ ਟੀਕੇ ਜਿਹੜੇ ਅਸੀਂ ਲੈ ਕੇ ਦਿੱਤੇ ਨੇ ਉਹੀ ਲੱਗਣੇ ਚਾਹੀਦੇ ਨੇ, ਉਹ ਟੀਕੇ ਨਹੀਂ ਲੱਗਣੇ ਚਾਹੀਦੇ। ਉਹ ਭਾਵੇਂ ਅੱਛੀ ਕੰਪਨੀ ਦਾ ਹੋਵੇ ਤਾਂ ਭਾਵੇਂ ਹੌਲੀ ਕੰਪਨੀ ਦਾ ਹੋਵੇ, ਉਹਨਾਂ ਨੇ ਕਹਿਣਾ ਜੀ ਵੀ ਜੋ ਅਸੀਂ ਲਿਖਤਾ ਇਹੀ ਠੀਕ ਹੈ, ਇਹੀ ਅੱਛੀ ਜੀ। ਇਹ ਲੋਕ ਆਮੀਆਂ ਦੀ ਕਹਿ ਲਓ ਕਾਰਕਰਦਗੀ ਤੇ ਸਵਾਲੀਆ ਨਿਸ਼ਾਨ ਹੈ ਵੀ ਇੱਕ ਬੰਦੇ ਦੇ ਆਰਡਰ ਨਹੀਂ ਹੈਗੇ ਤਾਂ ਉਹ ਫਿਲਹਾਲ ਜਿਹੜਾ ਨਾ ਵੀ ਆ ਕੇ ਡਿਊਟੀ ਵੀ ਕਰਦਾ, ਲੋਕਾਂ ਨੂੰ ਟੈਸਟ ਵੀ ਲਿਖ ਕੇ ਦਿੰਦਾ, ਲੋਕਾਂ ਨੂੰ ਦਵਾਈਆਂ ਵੀ ਲਿਖ ਕੇ ਦਿੰਦਾ। ਫਿਰ ਦੂਸਰੇ ਜਿਹੜੇ ਨਾਲ ਡਿਊਟੀ ਡਾਕਟਰ ਬੈਠੇ ਨੇ ਉਹਨਾਂ ਦਾ ਕੰਮ ਵੀ ਇਹੀ ਹੈ ਵੀ ਉਹਨਾਂ ਨੇ ਬਗਲ 'ਚ ਜਿਹੜੀਆਂ ਨਾ ਵੀ ਉਹ ਮੁਖਤਲਿਫ ਕੰਪਨੀਆਂ ਜਿਹੜੀਆਂ ਉਹ ਹਾਇਰ ਕੀਤੀਆਂ ਕਿ ਇੱਥੇ ਨਾਨ ਕੁਆਲੀਫਾਈਡ ਬੰਦੇ, ਨਾਨ ਕੁਆਲੀਫਾਈਡ ਪਰਸਨ, ਨਾਨ ਕੁਆਲੀਫਾਈਡ ਵਲੰਟੀਅਰ ਮੁੰਡੇ ਜਿਹੜੇ ਨੇ ਵੀ ਉਹ ਇੰਨਾ ਕੰਮ ਕਰਦੇ ਪਏ ਨੇ ਵੀ ਮੈਂ ਜੇ ਅਗਰ ਉਹ ਬਿਆਨ ਕਰ ਦੇਵਾਂ ਨਾ ਜੀ ਤੇ ਲੋਕੀ ਕੰਨਾਂ ਨੂੰ ਹੱਥ। ਟੈਲਾਂ ਜਿਹੜੀਆਂ ਨਾ ਜੀ ਉਹ ਪੁਰਾਣੀਆਂ ਟੈਲਾਂ ਪੁੱਟ ਦਿਓ, ਨਵੀਆਂ ਲਾ ਦਿਓ। ਨਾਕਸ ਤਰੀਨ ਉਹਦਾ ਕੰਮ ਹੋਇਆ ਉਹਦੇ 'ਚ ਬਜਟ 'ਚੋਂ ਹੀ ਪੈਸੇ ਕਮਾਈ ਜਾ ਰਹੇ ਨੇ, ਖਾਈ ਜਾ ਰਹੇ ਨੇ। ਅੱਗੇ ਜਿਹੜਾ ਨਾ ਵੀ ਚੇਨ ਬਣੀ ਹੋਈ ਆਲਾ ਅਫਸਰਾਂ ਤੱਕ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ। जी नाज़रीन, टीम वॉइस ऑफ पंजाब के साथ मैं हूं हाफिज़ खालिद और आज टीम वॉइस ऑफ पंजाब के साथ जो मेहमान हैं मोहतरम जनाब चौधरी मोहम्मद यकूब साहब, ये सीनियर डिस्पेंसर हैं तहसील आरीवाला THQ हॉस्पिटल के। कल की डेट के अंदर एक ख़बर ब्रेक की गई थी कि आरीवाला THQ के अंदर क्या होने जा रहा है, हमारी आवाम को चूना कैसे लगाया जा रहा है, हमारे पैसों से, हमारे टैक्स के पैसों से आने वाली मेडिसन को कैसे सेल किया जा रहा है, बजट के अंदर कौन कौन से डॉक्टर मुलव्वस हैं जो बजट को खा रहे हैं, किस नाम के ऊपर पैसा आ रहा है, किस नाम के ऊपर जो है ना उसको ज़ाया किया जा रहा है, कौन सा डिस्पेंसर है जो एक रात के अंदर अमीर हुआ है, किसके पास कितनी गाड़ियाँ हैं, THQ हॉस्पिटल के अंदर मरीज़ों को क्या दिया जा रहा है, और जो गवर्नमेंट की तरफ से वहाँ पर अदवियात आती हैं, सहूलियात आती हैं, लवाजमात दिए जाते हैं, वो किन किन घरों में इस्तेमाल हो रहे हैं, किस डॉक्टर के बच्चे सरकारी गाड़ी के अंदर जो है ना वो स्कूल जाते हैं, और किस डॉक्टर के कितनी कंपनियों के साथ मुआहदे हो चुके हैं, कौन से डॉक्टर एक घंटे के अंदर लेबार्ट्रियों से कितने टेस्ट करवाते हैं और शाम को कितनी दिहाड़ी लेते हैं। टीम वॉइस ऑफ पंजाब अभी जो है वो चंद मिनटों के अंदर इंशाल्लाह इसका सारा जो पलंदा है वो आवाम के सामने रखेगी। जुड़े रहिए वॉइस ऑफ पंजाब के साथ। अस्सलाम वालेकुम। वालेकुम अस्सलाम। यकूब साहब की हाल चाल है? ठीक ठाक, अल्लाह का शुक्र। सर बहुत शुक्रिया ਤੁਸੀਂ ਟੀਮ ਵਾਈਸ ਆਫ ਪੰਜਾਬ ਨੂੰ ਮੌਕਾ ਦਿੱਤਾ ਇਸ ਗੱਲ ਦਾ ਕਿ ਆਰਿਫ ਆਲਾ THQ ਹਸਪੀਟਲ ਦੇ ਵਿੱਚ ਇਹਦੀ ਬੁਨਿਆਦ ਤੋਂ ਲੈ ਕੇ ਅੱਜ ਤੱਕ ਜੋ ਤੁਹਾਡੇ ਜ਼ਿਹਨ ਦੇ ਵਿੱਚ ਹੈ, ਜੋ ਤੁਸੀਂ 30 ਸਾਲ ਦੀ ਆਪਣੀ ਸਰਵਿਸ ਦੇ ਵਿੱਚ ਦੇਖਿਆ ਹੈ, ਆਰਿਫ ਵਾਲਾ ਦੀ ਆਵਾਮ ਹੁਣ ਤੱਕ ਬਿਲਕਦੀ ਰਹੀ ਹੈ ਇਸ ਗੱਲ ਉੱਤੇ ਕਿ ਆਰਿਫ ਵਾਲਾ ਦੇ ਹਸਪੀਟਲ 'ਚ ਡਾਕਟਰ ਨਹੀਂ ਕਸਾਈ ਬੈਠੇ ਨੇ, ਸਾਰੇ ਆਪਦੀਆਂ ਜੇਬਾਂ ਭਰਨ ਵਾਸਤੇ ਬੈਠੇ ਨੇ, ਸਾਰੇ ਦਿਹਾੜੀਦਾਰ ਨੇ ਉੱਥੇ। ਆਰਿਫ ਵਾਲਾ ਦੀ ਆਵਾਮ ਜ਼ਲੀਲੋ ਖੁਆਰ ਹੁੰਦੀ ਹੈ, ਡਾਕਟਰ ਬਸ ਬੈਠੇ ਨੇ, ਇਹਨੂੰ ਲਾਹੌਰ ਲੈ ਜਾਓ, ਇਹਨੂੰ ਸਾਹੀਵਾਲ ਲੈ ਜਾਓ। ਜਿਹੜਾ ਕੱਲ ਤੁਸੀਂ ਇੱਕ ਖਬਰ ਸਾਡੇ ਕੋਲ ਨਸ਼ਰ ਕਰਵਾਈ ਆ ਕਿ ਚੌਧਰੀ ਯਕੂਬ ਸਾਹਿਬ ਡਿਸਪੈਂਸਰ ਸੀਨੀਅਰ ਡਿਸਪੈਂਸਰ ਆਰੋਵਾਲਾ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ, ਪ੍ਰੈਸ ਕਾਨਫਰੰਸ ਵੀ ਇਨਸ਼ਾਅੱਲਾ ਹੋਏਗੀ ਆਰੋਵਾਲਾ ਦੇ ਵਿੱਚ ਔਰ ਹਸਪਤਾਲ ਬਹੁਤ ਬਿਹਤਰੀ ਆਏਗੀ। ਕੀ ਕਹੋਗੇ, ਮਾਮਲਾਤ ਕਿੱਥੋਂ ਸ਼ੁਰੂ ਹੋਏ ਨੇ, ਕੌਣ ਕਿਹਦੇ 'ਚ ਮੁਲੱਵਸ ਆ, ਤੇ ਆਵਾਮ ਦੇ ਨਾਮ ਕੀ ਪੈਗਾਮ ਹੈ, ਸਾਡੇ ਅਦਾਰਿਆਂ ਦੇ ਨਾਮ ਕੀ ਪੈਗਾਮ ਹੈ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਆਵਾਮ ਦੇ ਨਾਮ ਤੇ ਤੁਹਾਡੇ ਨਾਮ ਜੀ ਇਹੀ ਹੈ ਵੀ ਜਿਹੜਾ ਅਸੀਂ ਬੀੜਾ ਉਠਾਇਆ ਲੋਕਾਂ ਦੀ ਫਲਾਹ ਬਹਿਬੂਦ ਵਾਸਤੇ, ਤੇ ਅੱਲਾਹ ਤਾਲਾ ਸਾਨੂੰ ਹਿੰਮਤ ਵੀ ਦੇਵੇ, ਆਪਣੀ ਰਹਿਮਤ ਦੀ ਤੌਫੀਕ ਵੀ ਦੇਵੇ, ਤੇ ਅਸੀਂ ਜਿਹੜਾ ਨਾ ਵੀ ਇਹਨੂੰ ਲੋਕਾਂ ਦੇ ਸਾਹਮਣੇ ਹਕਾਇਕ ਜਿਹੜੇ ਨੇ ਵੀ ਉਹ ਲਿਆ ਸਕੀਏ ਤਾਂ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਸਾਡੀਆਂ ਉਹਨਾਂ ਵਾਸਤੇ ਬਿਹਤਰੀ ਪੈਦਾ ਹੋ ਸਕੇ। ਡਾਕਟਰ ਸਾਹਿਬ ਜਿਹੜੀ ਚਹਿਮ ਗੋਈਆਂ ਆਵਾਮ ਦੇ ਅੰਦਰ ਚੱਲ ਰਹੀਆਂ ਵਾ, 2-4 ਦਿਨ ਤੋਂ ਬੜੀਆਂ ਪੋਸਟਾਂ ਲੱਗ ਰਹੀਆਂ ਵਾ। ਰੀਸੈਂਟਲੀ 2 ਦਿਨ ਪਹਿਲਾਂ ਹੀ ਆਰੇਵਾਲਾ ਦੇ ਇੱਕ ਨਾਮਵਰ ਸਾਫੀ ਨੇ ਤੁਹਾਡੀ ਖਬਰ ਨਸ਼ਰ ਕੀਤੀ ਆ ਕਿ ਡਿਸਪੈਂਸਰ ਸਾਹਿਬ ਜਿਹੜੇ ਨੇ ਹੱਥ ਨਾਲ ਦਵਾਈਆਂ ਲਿਖ ਕੇ ਦਿੰਦੇ ਨੇ, ਡਾਕਟਰਾਂ ਦੀਆਂ ਪਰਚੀਆਂ ਪਾੜ ਦਿੰਦੇ ਨੇ। ਡਾਕਟਰ ਅਮੀਰ ਹੈਦਰ ਸਾਹਿਬ, ਅਵੈਸ ਬੇਟੂ ਸਾਹਿਬ ਜਿਹੜੇ ਕਿ ਹਸਪੀਟਲ ਦੇ ਡਾਕਟਰ ਵੀ ਨਹੀਂ ਗਏ ਲੇਕਿਨ ਫਿਰ ਵੀ ਸੀਟ ਤੇ ਬੈਠੇ ਨੇ।
ਕੁਝ ਡਾਕਟਰਾਂ ਦੀਆਂ ਡਿਗਰੀਆਂ ਚੈਲੰਜ ਕੀਤੀਆਂ ਗਈਆਂ, ਜਿਹਦੇ 'ਚ ਅਮੀਰ ਹੈਦਰ ਸਾਹਿਬ ਸਰੇ ਫਹਿਰਿਸਤ ਨੇ। ਇਹਨਾਂ ਦੇ ਬਾਰੇ ਤੁਹਾਡੇ ਕੀ ਕਹਿਣਾ, ਕੀ ਕਹੋਗੇ ਇਹਨਾਂ ਦੇ ਬਾਰੇ? ਔਰ ਜਿਹੜਾ ਤੁਹਾਡੇ ਨਾਲ ਵਕੂਆ 2 ਦਿਨ ਤੋਂ 3 ਦਿਨ ਪਹਿਲੇ ਪੇਸ਼ ਆਇਆ ਹਸਪੀਟਲ ਦੇ ਅੰਦਰ, ਹੱਥਾਪਾਈ ਹੁੰਦਿਆਂ ਬਚੀ ਹੈ, ਇਹ ਮਾਮਲਾ ਕਿਉਂ ਹੋ ਰਿਹਾ ਵਾ? ਕੁਝ ਕਹਿ ਰਹੇ ਨੇ ਧੜਾਬੰਦੀਆਂ ਨੇ, ਕੁਝ ਕਹਿ ਰਹੇ ਨੇ ਕਿ ਇਹਨਾਂ ਦੀਆਂ ਗਰੁੱਪ ਨੇ ਜੀ, ਇਹ ਆਪਸ 'ਚ ਡਿਵਾਈਡ ਹੋ ਚੁੱਕੇ ਨੇ। ਹਸਪੀਟਲ ਜਿਹੜਾ ਵਾ ਉਹ ਲੜਾਈ ਦਾ ਗੜ ਬਣਿਆ ਹੋਇਆ, ਨਾ ਕਿ ਮਸੀਹਾ ਬੈਠੇ ਨੇ ਉੱਤੇ, ਕਸਾਈ ਬੈਠੇ ਨੇ। ਸਰ ਸਾਰਿਆਂ ਨਾਲੋਂ ਪਹਿਲੇ ਤਾਂ ਗੱਲ ਇਹ ਹੈ ਵੀ ਜਿਹੜੀ ਧੜਾਬੰਦੀ ਵਾਲੀ ਗੱਲ ਹੈ ਨਾ, ਉਹ ਮੈਂ ਤਾਂ ਨਹੀਂ ਕਹਾਂਗਾ ਵੀ ਧੜਾਬੰਦੀ ਬਣੀ ਹੋਈ ਹੈ, ਲੇਕਿਨ ਇੱਥੇ ਜਿਹੜੀ ਹੈ ਨਾ ਵੀ ਨਫਸਾ ਨਫਸੀ ਦਾ ਆਲਮ ਜ਼ਰੂਰ ਮੈਂ ਕਹਾਂਗਾ ਵੀ ਹਰ ਬੰਦੇ ਨੂੰ ਨਾ ਆਪਣੀ ਆਪਣੀ ਪਈ ਹੋਈ ਹੈ ਵੀ ਅਸੀਂ ਆਹ ਕਰ ਲਈਏ, ਅਸੀਂ ਆਹ ਕਰ ਲਈਏ, ਤੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਵਾਸਤੇ ਜਿਹੜਾ ਨਾ ਵੀ ਉਹ ਲੱਗੇ ਹੋਏ ਨੇ। ਪਰਸੋਂ ਚੌਥ ਜਿਹੜਾ ਮੇਰੇ ਨਾਲ ਵਾਕਿਆ ਹੋਇਆ ਸੀ, ਉਹ ਵੀ ਪ੍ਰੀ ਪਲਾਨ ਡਾਕਟਰ ਅਮੀਰ ਹੈਦਰ ਹੋਣਾ ਦਾ ਪ੍ਰੀ ਪਲਾਨ ਸੀਗਾ ਵੀ ਇੱਕ ਪੇਸ਼ੈਂਟ ਆਂਦਾ, ਉਹਨੂੰ ਉਹਨਾਂ ਨੇ ਦਵਾਈ ਲਿਖ ਕੇ ਦਿੱਤੀ, ਦਵਾਈ ਲੈ ਕੇ ਉਹਦੇ 'ਚ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਬਾਹਰੋਂ ਆਉਣੀਆਂ ਸੀ, ਬਾਹਰੋਂ ਮੈਡੀਕਲ ਸਟੋਰ ਤੋਂ ਉਹ ਚੀਜ਼ਾਂ ਲੈ ਕੇ ਆਏ ਨੇ, ਤੇ ਇਹਨਾਂ ਨੇ ਆਂਦੇ ਹੀ ਜਿਹੜਾ ਨਾ ਵੀ ਸਹਾਫੀ ਹਜ਼ਰਾਤ ਸੀਗੇ, ਕੁਛ ਉਹਦੇ 'ਚ ਚੰਦ ਸ਼ਰਪਸੰਦ ਵੀ ਲੋਕ ਹੁੰਦੇ ਨੇ, ਤੇ ਉਹ ਪਹਿਲੇ ਹੀ ਆਲਰੇਡੀ ਜਿਹੜਾ ਨਾ ਵੀ ਇਹਨਾਂ ਨੇ ਬੁਲਵਾ ਕੇ ਤੇ ਬਾਹਰ ਕੰਟੀਨ 'ਤੇ ਬਿਠਾਏ ਹੋਏ ਸੀ। ਅੱਛਾ, ਉਹ ਅਮੀਰ ਹੈਦਰ ਆਇਆ ਮੇਰੇ ਨਾਲ, ਉਹਨੇ ਗੱਲ ਕੀਤੀ, ਆਖੇ ਜੀ ਇਹਨਾਂ ਦੀ ਪਰਚੀ, ਮੈਂ ਕਿਹਾ ਵੀ ਆਹ ਪਰਚੀ ਪਈ ਹੈ, ਤੇ ਆਖੇ ਜੀ ਤੂੰ ਕਿਹੜੀ ਸ਼ੈ ਲਿਖ ਕੇ ਦਿੱਤੀ? ਮੈਂ ਕਿਹਾ ਵੀ ਮੈਂ ਤਾਂ ਕੋਈ ਸ਼ੈ ਨਹੀਂ ਲਿਖ ਕੇ ਦਿੱਤੀ, ਜਿਹੜੀ ਆਈ ਹੈ ਇਹਨਾਂ ਦੀ ਬਾਹਰੋਂ ਹੀ ਆਈਆਂ, ਤੇ ਇਹ ਆਪ ਹੀ ਲੈ ਕੇ ਆਏ, ਇਹਨਾਂ ਦੇ ਮਰੀਜ਼ ਨੂੰ ਲੱਗੀ। ਉਹ ਸਾਫੀ ਸਾਹਿਬ ਇੱਧਰੋਂ ਅਮੀਰ ਹੈਦਰ ਜਾਂਦੇ ਰਹੇ, ਤੇ ਉੱਧਰੋਂ ਉਹ ਅੰਦਰ ਐਂਟਰੀ ਹੋ ਗਈ ਉਹਨਾਂ ਦੀ, ਮੈਨੂੰ ਕਹਿੰਦੇ ਜੀ ਵੀ ਇਹ ਮਰੀਜ਼ ਨਾਲ ਤੁਹਾਡਾ ਕੀ ਮਾਮਲਾ ਹੈਗਾ? ਮੈਂ ਕਿਹਾ ਵੀ ਮੇਰਾ ਤਾਂ ਕੋਈ ਮਾਮਲਾ ਨਹੀਂ ਹੈਗਾ, ਜੀ ਤੁਸੀਂ ਆਪ ਜਿਹੜੀ ਹੈ ਦਵਾਈ ਲਿਖ ਕੇ ਦਿੱਤੀ, ਬਾਹਰੋਂ ਦਵਾਈ ਇੱਥੋਂ ਮਿਲਦੀ ਪਈ। ਮੈਂ ਕਿਹਾ ਵੀ ਸਾਨੂੰ ਵੀ ਪਤਾ ਵੀ ਜਿਹੜੀ ਦਵਾਈ ਇੱਥੇ ਮਿਲਦੀ ਪਈ, ਇਰਦ ਗਿਰਦ ਜਿਹੜੇ ਮਰੀਜ਼ ਬੈਠੇ ਸੀ ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਵੀ ਇਹ ਡਾਕਟਰ ਸਾਹਿਬ ਨੇ ਕੋਈ ਇਹਨਾਂ ਨੇ ਜ਼ਿਆਦਤੀ ਨਹੀਂ ਕੀਤੀ, ਨਾ ਕੋਈ ਐਸੀ ਕੋਈ ਚੀਜ਼ ਇਹਨਾਂ ਕੋਲ ਮੰਗਵਾਈ ਗਈ ਹੈ ਵੀ ਜਿਹੜੀ ਆਲਰੇਡੀ ਪਹਿਲੇ ਡਾਕਟਰ ਨੇ ਲਿਖ ਕੇ ਦੇ ਦਿੱਤੀ ਸੀ, ਉਹੀ ਦਵਾਈ ਉਹਨਾਂ ਦੀ ਆਈ ਸੀ। ਮੈਨੂੰ ਕਹਿੰਦੇ ਨਹੀਂ ਜੀ ਇਹਨਾਂ ਨੇ 1700 ਦੀ ਦਵਾਈ ਜਿਹੜੀ ਹੈ ਨਾ ਵੀ ਬਾਹਰੋਂ ਮੰਗਵਾਈ ਹੈ, ਤੇ ਤੁਸੀਂ ਉਹ ਪਰਚੀ ਪਾੜਤੀ। ਮੈਂ ਕਿਹਾ ਵੀ ਪਰਚੀ ਤਾਂ ਮੈਂ ਆਪਣੀ ਪਾੜੀ ਹੋਏਗੀ, ਇਹਨਾਂ ਦੀ ਪਰਚੀ ਤੇ ਆ ਪਈ ਹੈ, ਉਹਦੇ ਉੱਤੇ ਟਿਕਮਾਰ ਵੀ ਕੀਤਾ ਹੋਇਆ ਜਿਹੜੀਆਂ ਦਵਾਈਆਂ ਡਾਕਟਰ ਨੇ ਲਿਖ ਕੇ ਦਿੱਤੀਆਂ ਸੀ। ਤੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਮੈਂ ਹਲਫਨ ਇਸ ਚੀਜ਼ ਦਾ ਹਲਫ ਦਿੰਦਾ ਵੀ ਜੇ ਅਗਰ ਇਹਨਾਂ ਦੀ ਦਵਾਈ 1700 ਦੀ ਆਈ ਹੈ, ਤੇ ਮੈਂ ਉਹ 1700 ਆਪਣੀ ਜੇਬ 'ਚੋਂ ਦੇ ਦਿੰਦਾ ਵੀ ਇਹ ਵੀ ਝੂਠ ਮਾਰ ਰਿਹਾ ਤੇ ਡਾਕਟਰ ਵੀ ਝੂਠ ਮਾਰ ਰਿਹਾ। ਇੰਨੀ ਗੱਲ ਹੋਈ ਹੈ, ਤਾਂ ਉਹ ਮੈਨੂੰ ਥ੍ਰੈਡ ਕਰਦੇ ਹੋਏ ਜਿਹੜਾ ਨਾ ਵੀ ਉਹ ਬਾਹਰ ਨਿਕਲ ਗਏ। ਡਾਕਟਰ ਸਾਹਿਬ, ਇੱਕ ਅਹਿਮ ਪੁਆਇੰਟ ਕਿ ਡਾਕਟਰ ਅਵੈਸ ਬੇਟੂ ਸਾਹਿਬ ਜਿਹੜੇ ਨੇ ਡਾਕਟਰ ਜ਼ਰੂਰ ਨੇ, ਲੇਕਿਨ ਸਰਕਾਰੀ ਤੌਰ ਤੇ ਹਸਪੀਟਲ ਨਹੀਂ ਬੈਠ ਸਕਦੇ। ਤੁਹਾਡਾ ਸਟੇ ਚੱਲ ਰਿਹਾ, ਤੁਸੀਂ ਆਪਣੇ ਡਿਸਪੈਂਸਰ ਦੇ ਤੌਰ ਤੇ ਆਪਣੇ ਫਰਾਇਜ਼ ਸਾਰ ਅੰਜਾਮ ਦੇ ਰਹੇ ਹੋ, ਤੁਹਾਡੇ ਪਿੱਛੇ ਡਾਕਟਰ ਲੱਗੇ ਨੇ ਵੀ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ, ਇਹਨਾਂ ਦਾ ਸਟੇ ਚੱਲ ਰਿਹਾ ਵਾ, ਤੁਸੀਂ ਤਨਖਾਹ ਲੈ ਰਹੇ ਹੋ, ਗੌਰਮੈਂਟ ਦੇ ਮੁਲਾਜ਼ਮ ਹੋ, ਇੰਪਲਾਈ ਹੋ। ਡਾਕਟਰ ਅਵੈਸ ਬੇਟੂ ਸਾਹਿਬ ਉੱਥੇ ਬੈਠੇ ਨੇ, ਜਦਕਿ ਇੰਪਲਾਈ ਵੀ ਨਹੀਂ ਗਏ, ਇਹਨਾਂ ਦੇ ਤੁਸੀਂ ਕੀ ਕਹੋਗੇ? ਸਰ ਇਹ ਤਾਂ ਇੰਤਜ਼ਾਮੀਆ ਦੀ ਕਹਿ ਲਓ ਕਾਰਕਰਦਗੀ ਤੇ ਸਵਾਲੀਆ ਨਿਸ਼ਾਨ ਹੈ ਵੀ ਇੱਕ ਬੰਦੇ ਦੇ ਆਰਡਰ ਨਹੀਂ ਹੈਗੇ ਤਾਂ ਉਹ ਫਿਲਹਾਲ ਜਿਹੜਾ ਨਾ ਵੀ ਆ ਕੇ ਡਿਊਟੀ ਵੀ ਕਰਦਾ, ਲੋਕਾਂ ਨੂੰ ਟੈਸਟ ਵੀ ਲਿਖ ਕੇ ਦਿੰਦਾ, ਲੋਕਾਂ ਨੂੰ ਦਵਾਈਆਂ ਵੀ ਲਿਖ ਕੇ ਦਿੰਦਾ। ਫਿਰ ਦੂਸਰੇ ਜਿਹੜੇ ਨਾਲ ਡਿਊਟੀ ਡਾਕਟਰ ਬੈਠੇ ਨੇ ਉਹਨਾਂ ਦਾ ਕੰਮ ਵੀ ਇਹੀ ਹੈ ਵੀ ਉਹਨਾਂ ਨੇ ਬਗਲ 'ਚ ਜਿਹੜੀਆਂ ਨਾ ਵੀ ਉਹ ਮੁਖਤਲਿਫ ਕੰਪਨੀਆਂ ਜਿਹੜੀਆਂ ਉਹ ਹਾਇਰ ਕੀਤੀਆਂ ਹੋਈਆਂ ਨੇ, ਜਿਹੜੇ ਉਹਨਾਂ ਨੂੰ ਪੈਸੇ ਦਿੰਦੇ ਨੇ, ਠੀਕ ਹੈ, ਉਹਨਾਂ ਦੀਆਂ ਉਹ ਦਵਾਈਆਂ ਲਿਖਣੀਆਂ ਹੁੰਦੀਆਂ। ਅਸੀਂ ਇਹਨਾਂ ਚੀਜ਼ਾਂ ਨੂੰ ਉਜਾਗਰ ਕਰਦੇ ਹਾਂ ਤਾਂ ਉਹ ਇਸ ਲਈ ਜਿਹੜਾ ਨਾ ਵੀ ਮੇਰੇ ਖਿਲਾਫ ਨੇ ਵੀ ਇਹ ਸਾਡੇ ਅੱਗੇ ਬੋਲਦਾ, ਇਹ ਜਿਹੜਾ ਨਾ ਵੀ ਮੁਖਤਲਿਫ ਐਲੀਗੇਸ਼ਨ ਲਾ ਕੇ ਤਾਂ ਮੈਨੂੰ ਉਹ ਦਬਾਉਣਾ ਚਾਹ ਰਹੇ ਨੇ ਬਸ। ਡਾਕਟਰ ਸਾਹਿਬ, ਇੱਕ ਜਿਹੜੀ ਸਾਡੇ ਕੋਲ ਵਾਇਸ ਆਫ ਪੰਜਾਬ ਕੋਲ ਇੱਕ ਰਿਕਾਰਡਿੰਗ ਪਹੁੰਚੀ, ਜਿਹਦੇ 'ਚ ਬੇਟੂ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ YDA ਦਾ ਸਦਰ ਹਾਂ ਅਤੇ ਮੈਂ ਇੰਝ ਕਰ ਦਿਆਂਗਾ, ਮੈਂ ਉਂਝ ਕਰ ਦਿਆਂਗਾ, ਆਰ ਵਾਲੇ ਦੇ ਸਾਫੀ ਵੀ 2% ਦੇ ਨੇ। ਇਹ ਮਾਮਲਾ ਕਿਉਂ ਪੇਸ਼ ਆਇਆ? ਇਹ ਮਾਮਲਾ ਸਰ ਕੋਈ ਹਫ਼ਤਾ 10 ਦਿਨ ਪਹਿਲੇ ਇੱਕ ਪੇਸ਼ੈਂਟ ਆਇਆ ਸੀਗਾ, ਉਹਨੂੰ ਕੋਈ ਹਾਰਟ ਦਾ ਪ੍ਰੋਬਲਮ ਸੀ। ਅੱਛਾ, ਮੈਂ ਪਿੱਛੇ ਬੈਠਾ ਸੀ, ਇੱਕ ਲੜਕੀ ਨੇ ਆ ਕੇ ਮੈਨੂੰ ਟੈਲੀਫੋਨ ਤੇ ਗੱਲ ਕਰਵਾਈ ਕਿਸੇ ਆਦਮੀ ਨਾਲ, ਉਹ ਮੇਰੇ ਦੋਸਤ ਸੀਗੇ, ਜਾਣਨ ਵਾਲੇ ਸੀਗੇ, ਤੇ ਉਹਨਾਂ ਦੇ ਉਹ ਰਿਸ਼ਤੇਦਾਰ ਸੀ। ਉਹਨਾਂ ਨੇ ਮੈਨੂੰ ਕਿਹਾ ਜੀ ਵੀ ਇਹ ਪੇਸ਼ੈਂਟ ਜਿਹੜਾ ਨਾ ਵੀ ਇਹ ਆਪਣਾ ਅਜ਼ੀਜ਼ ਹੈ, ਤੇ ਇਹਨਾਂ ਨੂੰ ਦੇਖੋ ਵੀ ਡਾਕਟਰਾਂ ਨੇ ਪਹਿਲੇ ਦੇਖਿਆ ਤੇ ਇਹਨਾਂ ਨੇ ਰੈਫਰ ਕਰਤਾ। ਜੇ ਤੇ ਅਗਰ ਵਾਕਈ ਕੋਈ ਰੈਫਰ ਹੋਣ ਦੀ ਜ਼ਰੂਰਤ ਹੈ ਤਾਂ ਤੁਸੀਂ ਮੈਨੂੰ ਦੱਸ ਦਿਓ, ਫਿਰ ਮੈਂ ਉਸ ਹਿਸਾਬ ਨਾਲ ਇਹਨਾਂ ਨੂੰ ਗਾਈਡ ਕਰ ਦਿੰਦਾ। ਜਦੋਂ ਮੈਂ ਉੱਠ ਕੇ ਉਹ ਬੱਚੀ ਦੇ ਨਾਲ ਉਸ ਪੇਸ਼ੈਂਟ ਦੇ ਕੋਲ ਗਿਆ ਤਾਂ ਉਹਦੀ ECG ਹੋ ਰਹੀ ਸੀ। ECG ਜਦੋਂ ਉਹਨਾਂ ਦੀ ਹੋ ਗਈ ਤੇ ਮੈਂ ਕੋਲ ਖੜਾ ਸੀ, ਡਾਕਟਰ ਅਮੀਰ ਹੈਦਰ ਨੇ ਜਦੋਂ ਦੇਖਿਆ ਵੀ ਮੈਂ ਉੱਥੇ ਖੜਾ ਤਾਂ ਮੈਂ ਉਹਨੂੰ ਫੌਰਨ ਕਹਿੰਦਾ ਜੀ ਵੀ ਇਹ ਇਸ ਮਰੀਜ਼ ਨੂੰ ਕੁਛ ਨਾ ਲਿਖ ਕੇ ਦੇਈਂ, ਕੋਈ ਮੈਡੀਸਨ ਨਾ ਲਵਾਈ, ਇਹਨੇ ਮਰ ਜਾਣਾ, ਇਹਨੂੰ ਝਟਕੇ ਲੱਗਣੇ ਆ, ਤੇ ਮੈਂ ਇਹਨੂੰ ਰੈਫਰ ਕਰਤਾ ਤੇ ਇਹਨੂੰ ਇੱਥੋਂ ਜਾਣ ਦਿਓ। ਅੱਛਾ, ਜਦੋਂ ਇੰਨੀ ਗੱਲ ਹੋ ਗਈ ਉਸ ਤੋਂ ਬਾਅਦ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਭਾਂਜੀ ਸੀ ਤੇ ਇੱਕ ਬੇਟੀ ਸੀ ਉਸ ਮਰੀਜ਼ ਦੀ। ਉਹ ਜਿਹੜੀ ਭਾਂਜੀ ਆ ਉਹ ਬੋਲੀ, ਉਹ ਕਹਿੰਦੀ ਜੀ ਵੀ ਮੈਨੂੰ ਜਿਹੜਾ ਨਾ ਵੀ ਡਾਕਟਰ ਸਾਹਿਬ ਜਿਵੇਂ ਤੁਹਾਡੇ ਨਾਲ ਇਹਨਾਂ ਨੇ ਬਦਤਮੀਜ਼ੀ ਨਾਲ ਬੋਲੇ ਨਾ, ਇਵੇਂ ਮੇਰੇ ਨਾਲ ਵੀ ਬੋਲੇ ਨੇ, ਤੇ ਮੈਨੂੰ ਇੱਥੋਂ ਤੱਕ ਇਹਨਾਂ ਨੇ ਕਿਹਾ ਵੀ ਬੀਬੀ ਤੂੰ ਤਾਂ ਚੁੱਪ ਕਰ ਜਾ, ਵੀ ਤੂੰ ਚਵਲਾਂ ਮਾਰਦੀ ਫਿਰਦੀ। ਬਾਜੀ ਕਹਿੰਦੀ ਹੈ ਵੀ ਥੋੜਾ ਬਹੁਤ ਇਲਾਜ ਕਰੋ, ਕਹਿੰਦਾ ਇਹ ਤਾਂ ਚਵਲਾਂ ਮਾਰੀ ਜਾਂਦੀ, ਇਹਨੂੰ ਕੀ ਪਤਾ ਇਸ ਗੱਲ ਦਾ। ਉਹਨਾਂ ਬੱਚਿਆਂ ਨੂੰ ਕਹਿਣ ਲੱਗਾ ਵੀ ਇਹਨਾਂ ਨੂੰ ਲੈ ਜਾਓ, ਇਹ ਮੁਰਦਾ ਹੋ ਗਿਆ। ਅੱਛਾ, ਉਸ ਤੋਂ ਬਾਅਦ ਮੈਂ ਉਹ ਭਾਈ ਨਾਲ ਜਿਨ੍ਹਾਂ ਨੇ ਮੇਰੀ ਇਹਨਾਂ ਨੇ ਗੱਲ ਕਰਵਾਈ ਸੀ ਉਹਨਾਂ ਨੂੰ ਮੈਂ ਕਿਹਾ ਭਾਈ ਵੀ ਇਹ ਗੱਲ ਹੈ, ਇਹ ਸੂਰਤ ਹਾਲ ਹੈ, ਤੇ ਇਹਨਾਂ ਨੂੰ ਜਿਹੜਾ ਨਾ ਵੀ ਤੁਸੀਂ
ਰੈਫਰੀ ਕਰਵਾ ਦਿਓ, ਵੀ ਇਹਨਾਂ ਨੂੰ ਜਾਂ ਤਾਂ ਸਾਹੀਵਾਲ ਭੇਜ ਦਿਓ ਤੇ ਜਾਂ ਇਹ ਕਹਿੰਦੇ ਆ ਵੀ ਸਾਡੇ ਰਿਲੇਟਿਵ ਰਹਿੰਦੇ ਨੇ ਭਾਵਨਗਰ ਤੇ ਸਾਨੂੰ ਭਾਵਨਗਰ ਭੇਜ ਦਿਓ। ਮੈਂ ਡਾਕਟਰ ਅਮੀਰ ਹੈਦਰ ਨੂੰ ਮਜ਼ਾਤੇ ਖੁਦ ਜਾ ਕੇ ਕਿਹਾ ਵੀ ਇਹ ਜਿਹੜਾ ਪੇਸ਼ੈਂਟ ਹੈ ਨਾ ਸਾਹੀਵਾਲ ਦੀ ਬਜਾਏ ਭਾਵਨਗਰ ਜਾਣਾ ਚਾਹ ਰਿਹਾ ਤਾਂ ਤੁਸੀਂ ਰੈਫਰ ਕਰ ਦਿਓ। ਤੇ ਡਾਕਟਰ ਅਮੀਰ ਹੈਦਰ ਮੈਨੂੰ ਕਹਿੰਦਾ ਜੀ ਨਹੀਂ ਨਹੀਂ ਇਹ ਮੈਂ ਤਾਂ ਇਹਨਾਂ ਨੂੰ ਸਾਹੀਵਾਲ ਰੈਫਰ ਕਰਨਾ ਸੀ ਤੇ ਇਹ ਬਾਕੀ ਜਿੱਥੇ ਮਰਜ਼ੀ ਜਾਂਦੇ ਰਹਿਣ। ਫਿਰ ਉਹਨਾਂ ਨੂੰ ਕੋਲੋਂ ਜਦੋਂ ਅਸੀਂ ਪੁੱਛਿਆ ਵੀ ਉਹ ਬੀਬੀਆਂ ਕਹਿੰਦੀਆਂ ਵੀ ਸਾਡੇ ਕੋਲ ਤਾਂ ਜਾਣ ਵਾਸਤੇ ਕਿਰਾਇਆ ਵੀ ਕੋਈ ਨਹੀਂ। ਫਿਰ ਮੈਂ ਉਹਨਾਂ ਨੂੰ ਐਂਬੂਲੈਂਸ ਉੱਥੋਂ ਕਰਵਾ ਕੇ ਦਿੱਤੀ। 1500 ਰੁਪਇਆ ਮੈਂ ਆਪਣੀ ਜੇਬ 'ਚੋਂ ਉਹਨਾਂ ਨੂੰ ਅਦਾ ਕੀਤਾ। ਮੈਂ ਕਿਹਾ ਬੀਬੀ ਵੀ ਆਹ ਲੈ ਲਓ। ਉਹਨਾਂ ਨੂੰ ਅਸੀਂ ਬੁਲਾ ਕੇ ਲੈਂਦਾ ਤੇ ਉਹ ਦਵਾਈ ਲਿਖਣ ਲੱਗੇ। ਉਹਨੂੰ ਕਹਿੰਦਾ ਆਪਣੇ ਪੱਲਿਓ ਨਾ ਇਹਨਾਂ ਨੂੰ ਕੁਝ ਲਿਖ ਕੇ ਦੇਈਂ, ਬਾਬਾ ਤਾਂ ਖਤਮ ਹੋਇਆ ਪਿਆ ਤੇ ਇਹਨਾਂ ਨੂੰ ਕਹੋ ਚੁੱਕ ਕੇ ਲੈ ਜਾਣ। ਯਾਨੀ ਕਿ ਬੰਦੇ ਨੂੰ ਜ਼ਿੰਦਾ ਹੀ ਰਹਿਣ ਦਿਆ, ਜ਼ਿੰਦਾ ਨੂੰ ਜ਼ਿੰਦਾ ਹੀ ਰਹਿਣ ਦਿਆ ਕਰ, ਉਹਨੂੰ ਮੁਰਦਾ ਦਾ ਸਰਟੀਫਿਕੇਟ ਜਾਰੀ ਨਾ ਨਾ ਕਰਾਉਣ ਦੇਣ, ਮੁਰਦਾ ਨਾ ਕਰਾਰ ਦੇਣ, ਜ਼ਿੰਦਾ ਨੂੰ ਜ਼ਿੰਦਾ ਹੀ ਰਹਿਣ ਦੇਣ। ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਾਡੇ ਕੋਲ ਪੈਨ ਕਿਰਾਇਆ ਕੋਈ ਨਹੀਂਗਾ ਕਿਧਰੇ ਜਾਣ ਦਾ। ਉਹਨਾਂ ਨੇ 1500 ਰੁਪਏ ਆਪਣੇ ਕੋਲੋਂ ਸਾਨੂੰ ਦਿੱਤਾ ਸੀ। ਤਾਂ ਤੁਸੀਂ ਆਪਣੇ ਮਰੀਜ਼ ਨੂੰ ਲੈ ਜਾਓ। ਜਦੋਂ ਸਾਰੇ ਇਸ ਗੱਲ ਦੇ ਪਿੱਛੇ ਪਏ ਹੋਏ ਨੇ ਤਾਂ ਫਿਰ ਤੁਸੀਂ ਆਪਣੇ ਮਰੀਜ਼ ਦੀ ਕੇਅਰ ਕਰੋ, ਬਾਕੀ ਛੱਡੋ, ਮਾਮਲਾ ਬਾਅਦ 'ਚ ਹੁੰਦੇ ਰਹਿਣਗੇ। ਡਾਕਟਰ ਸਾਹਿਬ ਅਵੈਸ ਬੇਟੂ ਸਾਹਿਬ ਦੇ ਹੱਥੋਂ ਇੱਕ ਮੌਤ ਵੀ ਹੋ ਚੁੱਕੀ ਹੈ ਇਹਨਾਂ ਦੀ ਡਿਊਟੀ ਦੇ ਦੌਰਾਨ, ਗਵਰਨਮੈਂਟ ਵੱਲੋਂ ਡਿਸਮਿਸ ਹੋ ਚੁੱਕੇ ਨੇ। ਉਹ ਸੀਟ ਤੇ ਬੈਠੇ ਨੇ, ਕਿਆ ਉਹ ਅਹਿਲ ਨੇ? ਕਿਆ ਇਹ ਸਾਡੇ ਅਦਾਰਿਆਂ ਦੀ ਨਹਿਲੀ ਹੈ ਜਿਹੜੇ ਅਜੇ ਤੱਕ ਵੀ ਸੀਟ ਤੇ ਬੈਠੇ ਨੇ? ਕਿਆ ਉਹ ਇੰਨੇ ਹੀ ਬਾਅਸਰ ਨੇ ਅਦਾਰਿਆਂ ਤੋਂ, MS ਤੋਂ, ਕਿ ਉਹਨਾਂ ਨੂੰ ਕੋਈ ਉਠਾ ਨਹੀਂ ਸਕਦਾ ਉੱਥੋਂ? ਔਰ ਅਗਰ ਉਹ ਉੱਥੇ ਬੈਠੇ ਵੀ ਨੇ ਤਾਂ ਆਖਰ ਉਹਨਾਂ ਦਾ ਆਉਣ ਦਾ ਮਕਸਦ ਕੀ ਹੈ? ਸਰ ਉਹਨਾਂ ਦੇ ਆਉਣ ਦਾ ਮਕਸਦ ਹਰ ਬੰਦਾ ਹੀ ਜਾਣਦਾ। ਇੱਥੇ ਕੋਈ ਬੰਦਾ ਜਿਹੜਾ ਨਾ ਵੀ ਅੱਜ ਕੱਲ੍ਹ ਦੇ ਦੌਰ 'ਚ ਐਡਾ ਤੇਜ਼ ਮੀਡੀਆ ਹੈ, ਬਾਕੀ ਸਾਰੀਆਂ ਚੀਜ਼ਾਂ ਹੈਗੀਆਂ ਨੇ, ਹਰ ਬੰਦਾ ਬਾਸ਼ਊਰ ਹੈ। ਤੇ ਜਿਹੜੀ ਰਹਿ ਗਈ ਇੰਤਜ਼ਾਮੀਆਂ ਦੀ ਜਾਂ ਹਸਪੀਟਲ ਦੀ ਇੰਤਜ਼ਾਮੀਆਂ ਦੀ, ਉਹ ਸਾਰੀਆਂ ਅੱਖਾਂ ਬੰਦ ਕਰਕੇ ਫਿਰਦੇ ਪਏ ਨੇ। ਹਰ ਬੰਦਾ ਆਪਣੇ ਆਪਣੇ ਲਾਲਚ ਤੇ ਆਪਣੇ ਆਪਣੇ ਕੰਮ ਤੇ ਲੱਗਿਆ ਹੋਇਆ ਵੀ ਅਸੀਂ ਅਰਨਿੰਗ ਕੀ ਕਮਾਣੀ ਹੈ, ਅਸੀਂ ਇੱਥੋਂ ਕੀ ਲੈਣਾ, ਕੀ ਦੇਣਾ, ਕੀ ਕਰਨਾ, ਕਿਸੇ ਨੂੰ ਛੇੜਨਾ ਨਹੀਂ ਛੇੜਨਾ। ਹਰ ਬੰਦਾ ਆਪਣੇ ਕੰਧਿਆਂ ਤੋਂ ਲਾ ਕੇ ਤੇ ਦੂਜਿਆਂ ਦੇ ਕੰਧਿਆਂ 'ਤੇ ਸੁੱਟੀ ਹੋਈ। ਡਾਕਟਰ ਸਾਹਿਬ ਜ਼ਰਾ ਡਿਟੇਲ ਨਾਲ ਦੱਸਣਾ ਕਿ ਜਿਹੜੇ ਡਾਕਟਰ ਉੱਤੇ ਸ਼ਾਮ ਦੀ ਡਿਊਟੀ ਜਾਂ ਸਵੇਰ ਦੀ ਡਿਊਟੀ 'ਚ ਬੈਠਦੇ ਨੇ, ਜਿਨ੍ਹਾਂ ਨੇ ਆਪਦੇ ਸਪੈਸ਼ਲੀ ਵਲੰਟੀਅਰ ਰੱਖੇ ਨੇ ਕਿ ਆ ਬੱਚਾ ਮੇਰੇ ਨਾਲ ਕੰਮ ਕਰੇਗਾ, ਬੱਚਾ ਮੇਰੇ ਨਾਲ ਕੰਮ ਕਰੇਗਾ, ਫਿਰ ਉਹਨਾਂ ਦੇ ਥਰੂ ਬਾਹਰੋਂ ਜਿਹੜੇ ਟੈਸਟ ਕਰਵਾਏ ਜਾਂਦੇ ਨੇ, ਉਹਨਾਂ ਦੇ ਵਿੱਚ ਕੀ ਮਿਲੀ ਭਗਤ ਆ? ਗਰੀਬਾਂ ਨੂੰ ਕਿਵੇਂ ਲੁੱਟਿਆ ਜਾਂਦਾ ਹੈ? ਸਰ ਉਹਦੇ 'ਚ ਇਹ ਹੈ ਵੀ ਇਹਨਾਂ ਨੇ ਲੈਬੋਰਟਰੀਆਂ ਵਾਲੇ ਕੋਲ ਨਾ ਐਡਵਾਂਸ ਪੈਸੇ ਲਏ ਹੋਏ ਨੇ। ਐਡਵਾਂਸ ਪੈਸੇ ਲੈ ਕੇ ਤੇ ਫਿਰ ਇਹ ਟੈਸਟ ਲਿਖਦੇ ਨੇ। ਟੈਸਟ ਉਹ ਜਿਹੜੇ ਆ ਵੀ ਜਿਹੜੇ ਇਹਨਾਂ ਨੇ ਮੁੰਡੇ ਰੱਖੇ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਵੀ ਇਹਨਾਂ ਨੂੰ ਲੈਬਾਰਟਰੀ ਵਾਲਾ ਬੁਲਵਾ ਦਿਓ ਜੀ। ਲੈਬਾਰਟਰੀ ਵਾਲਾ ਬੁਲਵਾ ਕੇ ਤੇ ਇਹਨਾਂ ਦੇ ਟੈਸਟ ਕਰਵਾਓ, ਟੈਸਟ ਕਰਵਾ ਕੇ ਮੈਨੂੰ ਦਿਖਾਓ ਤੇ ਫਿਰ ਅਸੀਂ ਰਿਪੋਰਟ ਲਿਖ ਕੇ ਦੇਵਾਂਗੇ ਇਹਨਾਂ ਦੀ। ਅੱਛਾ, ਉਹ ਮੁਤਲਕਾ ਜਿਹੜਾ ਵੀ ਇਹਨਾਂ ਨੇ ਅੱਗੇ ਆਪਣਾ ਹਾਇਰ ਕੀਤਾ ਹੁੰਦਾ ਮੁੰਡਾ, ਉਹ ਲੈਬਾਰਟਰੀ ਵਾਲਿਆਂ ਨੂੰ ਬਕਾਇਦਾ ਟੈਲੀਫੋਨ ਕਰਦਾ। ਉਹ ਲੜਕਾ ਆਂਦਾ, ਆ ਕੇ ਸੈਂਪਲ ਲੈ ਕੇ ਜਾਂਦਾ, ਉਹਦੇ ਥਰੂ ਹੀ ਫਿਰ ਸਾਰਾ ਮਾਮਲਾ ਜਿਹੜਾ ਨਾ ਜੀ ਉਹ ਪਾਇਆ ਤਕਮੀਲ ਤੱਕ ਪਹੁੰਚਦਾ। ਡਾਕਟਰ ਸਾਹਿਬ ਕੱਲ੍ਹ ਦੀ ਪਰਸੋਂ ਦੀ ਡੇਟ ਦੇ ਅੰਦਰ ਸਾਡਾ ਇੱਕ ਜਾਣਨ ਵਾਲਾ ਅਜ਼ੀਜ਼ ਜਿਹੜਾ ਨਾ ਹਸਪੀਟਲ ਜਾਂਦਾ ਹੈ, ਔਰ ਡਾਕਟਰ ਅਮੀਰ ਹੈਦਰ ਸਾਹਿਬ, ਡਾਕਟਰ ਅਵੈਸ ਬੇਟੂ ਸਾਹਿਬ ਉੱਥੇ ਕੁਰਸੀ ਤੇ ਮੌਜੂਦ ਨੇ, ਡਿਊਟੀ ਤੇ ਨੇ, ਜਦਕਿ ਉਹਨਾਂ ਦੀ ਡਿਊਟੀ ਤੇ ਨਹੀਂ ਗਈ। ਉੱਥੇ ਕੁਝ ਟੀਕੇ ਲਿਖ ਦਿੱਤੇ ਜਾਂਦੇ ਨੇ। ਉਹ ਬੱਚਾ ਚੁੱਕੇ ਮੈਡੀਕਲ ਦੀ ਫੀਲਡ ਦੇ ਨਾਲ ਵਾਬਸਤਾ ਸੀ, ਉਹ ਬਾਹਰੋਂ ਟੀਕੇ ਕੋਈ ਹੋਰ ਲੈ ਆਇਆ। ਅਵੈਸ ਬੇਟੂ ਸਾਹਿਬ ਨੇ ਉਹ ਟੀਕੇ ਨਹੀਂ ਲਗਾਏ। ਇਹਦੀ ਰੀਜ਼ਨ ਕੀ ਹੈ, ਜਦਕਿ ਟੀਕੇ ਉਸ ਤੋਂ ਅੱਛੇ ਸੀ? ਸਰ ਰੀਜ਼ਨ ਇਹੀ ਹੁੰਦੀ ਹੈ ਵੀ ਉਹਨਾਂ ਨੇ ਕੰਪਨੀ ਵਾਲੇ ਨਾਲ ਜਿਹੜਾ ਨਾ ਵੀ ਉਹ ਡੀਲ ਕੀਤੀ ਹੁੰਦੀ ਹੈ, ਇਸ ਲਈ ਉਹ ਤਰਜੀਹ ਦਿੰਦੇ ਨੇ ਵੀ ਉਹੀ ਟੀਕੇ ਜਿਹੜੇ ਅਸੀਂ ਲੈ ਕੇ ਦਿੱਤੇ ਨੇ ਉਹੀ ਲੱਗਣੇ ਚਾਹੀਦੇ ਨੇ, ਹੋਰ ਟੀਕੇ ਨਹੀਂ ਲੱਗਣੇ ਚਾਹੀਦੇ। ਉਹ ਭਾਵੇਂ ਅੱਛੀ ਕੰਪਨੀ ਦਾ ਹੋਵੇ ਤਾਂ ਭਾਵੇਂ ਹੌਲੀ ਕੰਪਨੀ ਦਾ ਹੋਵੇ, ਉਹਨਾਂ ਨੇ ਕਹਿਣਾ ਜੀ ਵੀ ਜੋ ਅਸੀਂ ਲਿਖਤਾ ਇਹੀ ਠੀਕ ਹੈ, ਇਹੀ ਅੱਛੀ ਜੀ, ਇਹ ਲਗਵਾਉਣੀ ਤੁਸੀਂ। ਡਾਕਟਰ ਸਾਹਿਬ ਤੁਸੀਂ ਕੱਲ੍ਹ ਦੀ ਖਬਰ ਦੇ ਵਿੱਚ ਜ਼ਿਕਰ ਕੀਤਾ ਕਿ 20 ਕਰੋੜ ਦਾ ਬਜਟ ਕਿੱਧਰ ਗਿਆ, ਤੇ ਉਹ ਆਵਾਮ ਨੂੰ ਕੀ ਦੱਸੋਗੇ, ਅਦਾਰਿਆਂ ਨੂੰ ਕੀ ਦੱਸੋਗੇ, ਕਿੱਧਰ ਗਿਆ, ਕੌਣ ਖਾ ਗਿਆ? ਸਰ ਅਨਕਰੀਬ ਜਿਹੜੀ ਮੈਂ ਪ੍ਰੈਸ ਰਿਲੀਜ਼ ਕਰਨੀ ਹੈ, ਪ੍ਰੈਸ ਕਾਨਫਰੰਸ ਕਰਨੀ ਹੈ, ਉਹਦੇ 'ਚ ਅਸੀਂ ਬਮਾ ਸ਼ਵਾਹਿਦ ਇਹਨਾਂ ਚੀਜ਼ਾਂ ਦਾ ਪੂਰਾ ਸਬੂਤ ਦੇਵਾਂਗੇ ਵੀ 20 ਕਰੋੜ ਦਾ ਜਿਹੜਾ ਬਜਟ ਇਹਨਾਂ ਨੇ ਰੀਵੈਂਪਿੰਗ ਵਾਸਤੇ ਦਿੱਤਾ, ਉਹਦਾ ਜਿਹੜਾ ਨਾ ਵੀ ਕੋਈ ਫਾਇਦਾ ਵੀ ਕੋਈ ਨਹੀਂ। ਨਵੀਆਂ ਟੈਲਾਂ ਜਿਹੜੀਆਂ ਨਾ ਜੀ, ਉਹ ਪੁਰਾਣੀਆਂ ਟੈਲਾਂ ਪੁੱਟ ਦਿਓ, ਨਵੀਆਂ ਲਾ ਦਿਓ, ਨਾਕਸਤਰੀਨ ਉਹਦਾ ਕੰਮ ਹੋਇਆ। ਉਹਦੇ 'ਚ ਬਜਟ 'ਚੋਂ ਹੀ ਪੈਸੇ ਕਮਾਈ ਜਾ ਰਹੇ ਨੇ, ਖਾਈ ਜਾ ਰਹੇ ਨੇ। ਅੱਗੇ ਜਿਹੜਾ ਨਾ ਵੀ ਚੇਨ ਬਣੀ ਹੋਈ ਆਲਾ ਅਫਸਰਾਂ ਤੱਕ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ, ਤੇ ਲੋਕ ਜਿਹੜੇ ਨੇ ਵੀ ਉਹ ਦਵਾਈਆਂ ਤੋਂ ਤਰਸ ਰਹੇ ਨੇ। ਇਹੀ ਜਿਹੜਾ 20 ਕਰੋੜ ਦਾ ਇੱਕ ਹਸਪਤਾਲ ਦਾ ਤੁਸੀਂ ਠੇਕੇ ਦਿੱਤੇ ਹੋਏ ਨੇ ਰੀਵੈਂਪਿੰਗ ਵਾਸਤੇ, ਇਹੀ ਲੋਕਾਂ ਨੂੰ, ਗਰੀਬ ਆਵਾਮ ਨੂੰ ਜਿਹੜਾ ਨਾ ਵੀ ਤੁਸੀਂ ਮੈਡੀਸਨ ਦੀ ਸਹੂਲੀਅਤ ਦਿਓ ਤੇ ਲੋਕ ਖੁਸ਼ ਵੀ ਹੋਣ। ਮੁਹਤਰਮ ਡਾਕਟਰ ਅਵੈਸ ਬੇਟੂ ਸਾਹਿਬ ਜਿਹੜੇ ਹਸਪੀਟਲ ਬਹਿਣ ਦੇ ਮਜਾਜ਼ ਨਹੀਂ ਗਏ, ਉਹਨਾਂ ਦੀ ਰਿਕਾਰਡਿੰਗ ਦੇ ਵਿੱਚ ਇੱਕ ਲਫ਼ਜ਼ ਵਾਜ਼ੇ ਜਿਹੜਾ ਨਾ ਸੁਣਿਆ ਗਿਆ ਵਾ ਕਿ ਮੈਂ YDA ਦਾ ਸਦਰ ਹਾਂ ਤੇ ਮੈਂ ਇੰਜ ਕਰ ਦਿਆਂਗਾ, ਮੈਂ ਉਂਝ ਕਰ ਦਿਆਂਗਾ। ਕਿਆ ਜਿਹੜੀ YDA ਆ, ਯੰਗ ਡਾਕਟਰ ਐਸੋਸੀਏਸ਼ਨ, ਇਹ ਬਦਮਾਸ਼ ਆ ਜਾਂ ਮਸੀਹਾ ਵਾ? ਸਰ ਮਸੀਹਾ ਦੇ ਨਾਮ ਤੇ ਮੈਂ ਤੇ ਆਪ ਬੜਾ ਹੈਰਾਨ ਹੁੰਨਾ ਵੀ ਅੱਜ ਤੋਂ 5-10 ਸਾਲ ਪਹਿਲੇ, 15 ਸਾਲ ਪਹਿਲੇ ਜਿਹੜਾ ਇਸ ਸ਼ੋਬੇ ਦੇ ਵਿੱਚ ਤਕੱਦਸ ਸੀਗਾ ਨਾ ਜੀ, ਇਨਸਾਨੀ ਜਾਨਾਂ ਦੀ ਖਿਦਮਤ ਕਰਨਾ, ਇਨਸਾਨੀਅਤ ਦੀ ਖਿਦਮਤ ਕਰਨਾ,
ਪ੍ਰੋਫੈਸ਼ਨਲੀ ਜਿਹੜਾ ਨਾ ਵੀ ਡਾਕਟਰ ਬਣ ਕੇ ਲੋਕਾਂ ਨੂੰ ਦਿਖਾਇਆ ਜਾਣਾ ਵੀ ਲੋਕਾਂ ਦੀ ਫਲਾਹ ਬਹਿਬੂਦ ਵਾਸਤੇ ਅਸੀਂ ਆਪਣੀ ਜ਼ਿੰਦਗੀ ਸਰਫ ਕਰਦੇ ਹਾਂ। ਤੇ ਮੈਨੂੰ ਉਹ ਅੱਜ ਦੇ ਦੌਰ 'ਚ ਡਾਕਟਰਾਂ 'ਚੋਂ ਨਜ਼ਰ ਨਹੀਂ ਆਉਂਦਾ ਸਿਵਾਏ ਆ ਬਦਮਾਸ਼ੀ ਤੋਂ, ਜਾਂ ਜਿਹੜਾ ਸਿਲਸਿਲਾ ਦੂਸਰਾ ਇਹ ਚੱਲਦਾ ਪਿਆ ਨਾ ਵੀ ਕੰਪਨੀਆਂ ਨਾਲ ਇੱਧਰ ਕਰ ਲਓ, ਮੈਡੀਸਨ ਦੀ ਡੀਲ ਕਰ ਲਓ ਤੇ ਇਹ ਕਰ ਲਓ ਤੇ ਉਹ ਕਰ ਲਓ। ਸਿਵਾਏ ਇਸ ਕੰਮ ਤੋਂ ਮੈਨੂੰ ਇਹ ਜਿਹੜਾ ਨਾ ਵੀ ਮਸੀਹਾ ਦਾ ਲਫ਼ਜ਼ ਮੈਂ ਤਾਂ ਕਹਿੰਦਾ ਵੀ ਇਹਨਾਂ ਵਾਸਤੇ ਜੱਚਦਾ ਹੀ ਨਹੀਂ। ਡਾਕਟਰ ਸਾਹਿਬ ਇੱਕ ਹੈਰਤ ਅੰਗੇਜ਼ ਵਾਕਿਆ ਟੀ ਵਾਈਸ ਆਫ ਪੰਜਾਬ ਦੇ ਨਾਲ ਪੇਸ਼ ਆਇਆ ਕਿ ਸਾਡੇ ਜਾਣਨ ਵਾਲੇ 2 ਬੱਚੇ ਜਿਹੜੇ ਐਜ਼ ਏ ਵਲੰਟੀਅਰ ਕੰਮ ਕਰ ਰਹੇ ਸੀ, ਉਹਨਾਂ ਨੂੰ ਇਸ ਨਾਮ ਤੋਂ ਕੱਢਿਆ ਗਿਆ ਕਿ ਇਹ ਮੀਡੀਆ ਪਰਸਨ ਨੇ। ਇਹਦੀ ਰੀਜ਼ਨ ਕੀ ਆ? ਕਿਆ ਵਲੰਟੀਅਰ ਮੀਡੀਆ ਪਰਸਨ ਨਹੀਂ ਹੋ ਸਕਦਾ? ਕਿਆ ਉਹਨਾਂ ਨੂੰ ਕੋਈ ਖੌਫ ਆ ਸਾਡੇ ਤੋਂ ਜਾਂ ਮੀਡੀਆ ਤੋਂ, ਜਿੰਨਾ ਵਜ੍ਹਾ ਤੋਂ ਉਹਨਾਂ 2 ਬੱਚਿਆਂ ਨੂੰ ਬਾਰ-ਬਾਰ ਉੱਥੋਂ ਕੱਢਿਆ ਜਾ ਰਿਹਾ? ਸਰ ਉਹ ਧੜਾਬੰਦੀ ਦੀ ਵਜ੍ਹਾ ਤੋਂ ਇਹ ਕਰਦੇ ਨੇ ਵੀ ਉਹ ਕਹਿੰਦੇ ਨੇ ਵੀ ਇਹ ਫਲਾਣੇ ਦੇ ਬੰਦੇ ਨੇ, ਫਲਾਣੇ ਦੇ ਬੰਦੇ ਨੇ, ਸਾਡੀਆਂ ਖਬਰਾਂ ਲੀਕ ਕਰਦੇ ਨੇ, ਸਾਡੀਆਂ ਵੀਡੀਓ ਬਣਾਉਂਦੇ ਨੇ। ਹਾਲਾਂਕਿ ਜਿਹੜੇ ਵਲੰਟੀਅਰ ਮੁੰਡੇ ਨੇ ਉਹ ਤਾਂ ਵਿਚਾਰੇ ਕਰਦੇ ਹੀ ਕੰਮ ਫਲਾਹ ਬਹਿਬੂਦ ਵਾਸਤੇ ਨੇ, ਬਗੈਰ ਕਿਸੇ ਲਾਲਚ ਤੋਂ। ਨਾ ਉਹਨਾਂ ਦੀ ਕੋਈ ਤਨਖਾਹ, ਨਾ ਉਹਨਾਂ ਨੂੰ ਕੋਈ ਪੈਸਾ ਮਿਲਦਾ, ਠੀਕ ਹੈ। ਇਸ ਦੇ ਬਾਵਜੂਦ ਜਿਹੜੇ ਡਾਕਟਰ ਹਜ਼ਰਾਤ ਨੇ ਨਾ, ਇਹਨਾਂ ਨੇ ਆਪਣੇ ਆਪਣੇ ਗਰੁੱਪ ਬਣਾ ਕੇ ਤੇ ਰੱਖੇ ਹੋਏ ਨੇ ਵੀ ਮਨਪਸੰਦ ਬੰਦੇ ਜਿਹੜੇ ਨੇ ਵੀ ਇਹ ਸਾਡੇ ਅਸੀਂ ਰੱਖਣੇ ਆ, ਫਲਾਣੇ ਨੇ ਰੱਖਣੇ ਆ, ਫਲਾਣੇ ਨੇ ਰੱਖਣੇ। ਹੁਣ ਇਹਨਾਂ ਬੱਚਿਆਂ ਦਾ ਜਿਹੜਾ ਵੀ ਮੇਰੇ ਨਜ਼ਦੀਕ ਤਾਂ ਕੋਈ ਐਸਾ ਕਸੂਰ ਨਹੀਂ ਹੈਗਾ ਵੀ ਇਹ ਜੇ ਅਗਰ ਜਰਨਲਿਜ਼ਮ ਨਾਲ ਇਹਨਾਂ ਦਾ ਤਲਕ ਹੈ ਜਾਂ ਸਹਾਫਤ ਨਾਲ ਤਲਕ ਹੈਗਾ ਤੇ ਇਹਨਾਂ ਨੂੰ ਇੱਥੇ ਕੰਮ ਕਰਨ ਦੀ ਇਜਾਜ਼ਤ ਕੋਈ ਨਹੀਂ ਹੈਗੀ। ਡਾਕਟਰ ਸਾਹਿਬ ਕੀ ਲੱਗਦਾ ਉਹਨਾਂ ਨੂੰ ਸਾਡੇ ਤੋਂ ਕੋਈ ਡਰ ਵਾ, ਕੋਈ ਖੌਫ ਆ? ਇਹਨਾਂ ਦੇ ਅੰਦਰ ਕੋਈ ਨਾ ਕੋਈ ਐਵੇਂ ਦੀਆਂ ਚੀਜ਼ਾਂ ਹੈ ਨੇ, ਦਾਲ 'ਚ ਕੁਛ ਕਾਲਾ ਹੈ ਵਾ ਜਿਹੜਾ ਉਹਨੂੰ ਬਾਹਰ ਆਉਣ ਦਾ ਡਰ? ਸਰ ਇਸ ਤਰ੍ਹਾਂ ਹੀ ਹੈ ਵੀ ਚੋਰ ਦੀ ਦਾੜੀ 'ਚ ਤਿਨਕਾ ਜਿਹਨੂੰ ਕਿਹਾ ਜਾਂਦਾ, ਉਹ ਤਾਂ ਸਾਫ਼-ਜ਼ਾਹਰ ਫਿਰ ਇਸੇ ਮਿਸਾਲ 'ਤੇ ਪੂਰਾ ਉਤਰਦੇ ਨੇ ਵੀ ਆਖਰ ਇਹਨਾਂ ਦੇ ਦਿਲ 'ਚ ਕੋਈ ਨਾ ਕੋਈ ਚੋਰ ਹੈ ਤੇ ਇਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨਾ ਖਾਇਫ ਕਰਦੀਆਂ ਇਸ ਚੀਜ਼ ਤੋਂ। ਡਾਕਟਰ ਸਾਹਿਬ ਤੁਹਾਡੇ ਜਿਹੜੇ ਕੇਸ ਚੱਲ ਰਹੇ ਨੇ ਅਦਾਲਤ ਦੇ ਵਿੱਚ, ਤੁਸੀਂ ਸਟੇ ਲਿਆ ਹੋਇਆ, ਤੋਹੀਨੇ ਅਦਾਲਤ ਦਾ ਕੇਸ ਚੱਲ ਰਿਹਾ, ਉਹ ਕਿੱਥੋਂ ਤੱਕ ਪਹੁੰਚਿਆ? ਉਹਦੀ ਕੀ ਰਿਪੋਰਟ ਆ ਤੇ ਤੁਹਾਡੇ ਆਰਡਰ ਇਸ ਟਾਈਮ ਕਿਹੜੀ ਜਗ੍ਹਾ 'ਤੇ ਤਾਇਨਾਤੀ ਦੇ ਨੇ? ਸਰ ਮੇਰਾ ਜਿਹੜਾ ਨਾ ਜੀ ਪਹਿਲੇ ਰਜੀਮ ਚੇਂਜ ਆਉਣ 'ਚ ਸਿਆਸੀ ਤੌਰ ਤੇ ਪੋਲੀਟੀਕਲ ਬੇਸ ਤੇ ਜਿਹੜਾ ਹੁਣ MS ਸਾਹਿਬ ਮੌਜੂਦਾ ਬੈਠੇ ਨੇ, ਇਹਨਾਂ ਨੇ ਤੇ ਇਹਨਾਂ ਦੇ ਰਫਾਕਾ ਨੇ ਤੇ MNA ਸਾਹਿਬ ਦੇ ਰਫਾਕਾ ਨੇ ਮੇਰਾ ਟਰਾਂਸਫਰ ਕਰਵਾਤਾ। ਮੈਂ ਉਸ ਟਰਾਂਸਫਰ ਦੇ ਖਿਲਾਫ ਸਟੇ ਆਰਡਰ ਲੈਣ ਦਾ ਪੰਜਾਬ ਸਰਵਿਸ ਟ੍ਰਿਬਿਊਨਲ 'ਚ ਪਹਿਲੇ ਤਾਂ 3 ਮਹੀਨੇ ਮੈਨੂੰ ਮਸੂਫ ਜਿਹੜੇ ਅਲਵੀ ਸਾਹਿਬ ਨੇ ਇਹਨਾਂ ਨੇ ਡਿਊਟੀ ਹੀ ਨਹੀਂ ਕਰਨ ਦਿੱਤੀ। ਅੱਛਾ 3 ਮਹੀਨੇ ਬਾਅਦ ਇਹਨਾਂ ਦਾ ਟਰਾਂਸਫਰ ਹੋ ਗਿਆ, ਨਵੇਂ ਆਉਣ ਵਾਲੇ MS ਸਾਹਿਬ ਨੇ ਮੇਰੀ ਡਿਊਟੀ ਲਾਤੀ। 5-6 ਮਹੀਨੇ ਮੈਂ ਡਿਊਟੀ ਕੀਤੀ। ਉਸ ਤੋਂ ਬਾਅਦ ਜਦੋਂ ਫਰਵਰੀ ਮਾਰਚ 'ਚ 2023 'ਚ ਇਹਨਾਂ ਦਾ ਟਰਾਂਸਫਰ ਫਿਰ ਹੋ ਗਿਆ, ਫਿਰ ਮਸੂਫ ਅਲਵੀ ਸਾਹਿਬ ਵਾਪਸ ਆ ਗਏ। ਇਹਨਾਂ ਨੇ ਪਹਿਲੇ ਮੇਰੀ ਡਿਊਟੀ ਚੇਂਜ ਕਰਤੀ ਜੀ, ਆਉਂਦੇ ਹੀ ਵੀ ਫਲਾਂ ਜਿਹੜਾ ਹੈਪੇਟਾਈਟਸ ਕਲੀਨਿਕ ਉੱਥੇ ਡਿਊਟੀ ਕਰਨੀ। ਜੇ ਉੱਥੇ ਡਿਊਟੀ ਕਰਨੀ ਸ਼ੁਰੂ ਕੀਤੀ ਤਾਂ ਉਸ ਤੋਂ ਬਾਅਦ ਉੱਥੇ ਲੇਡ ਡਾਕਟਰ ਸੀ, ਉਹਦੇ 'ਤੇ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰਤਾ ਜੀ ਵੀ ਤੁਸੀਂ ਯਕੂਬ ਦੇ ਖਿਲਾਫ ਲਿਖ ਕੇ ਦਿਓ ਵੀ ਇਹ ਡਿਊਟੀ ਨਹੀਂ ਕਰਦਾ। ਉਹਨਾਂ ਨੇ ਕਿਹਾ ਜੀ ਵੀ ਮੈਂ ਇਹ ਚੀਜ਼ ਨਹੀਂ ਲਿਖ ਕੇ ਦਿਆਂਗੀ, ਤੁਹਾਡੇ ਸਾਹਮਣੇ ਉਹ ਵਿਚਾਰਾ ਸਵੇਰੇ ਸ਼ਾਮ ਜਿਹੜਾ ਨਾ ਵੀ ਇੱਥੇ ਹਸਪਤਾਲ ਫਿਰਦਾ। ਹੈਪੇਟਾਈਟਸ ਕਲੀਨਿਕ 3 ਬੰਦਿਆਂ ਦੀ ਕਪੈਸਿਟੀ ਹੈ, 3 ਬੰਦੇ ਆਲਰੇਡੀ ਜਿਹੜਾ ਨਾ ਵੀ ਇੱਕ ਲੇਡ ਡਾਕਟਰ, ਇੱਕ ਸਟਾਫ ਨਰਸ, ਇੱਕ ਕੰਪਿਊਟਰ ਆਪਰੇਟਰ, ਇਹ 3 ਬੰਦਿਆਂ ਦੀ ਡਿਊਟੀ ਹੈ। 3 ਬੰਦੇ ਆਲਰੇਡੀ ਕੰਮ ਕਰ ਰਹੇ ਨੇ ਵੀ ਚੌਥਾ ਤੁਸੀਂ ਸੀਨੀਅਰ ਡਿਸਪੈਂਸਰ ਉਹਨੂੰ ਕਿਤੇ ਹੋਰ ਯੂਟਿਲਾਈਜ਼ ਕਰ ਲਓ। ਅੱਛਾ ਜੀ ਇੰਨੀ ਗੱਲ ਉਹਨਾਂ ਨੇ ਲਿਖ ਕੇ ਦੇ ਦਿੱਤੀ ਤੇ ਮਸੂਫ ਜਿਹੜੇ ਨੇ ਵੀ ਇਹਨਾਂ ਨੇ ਅਗਲੇ ਦਿਨ ਚੁੱਕ ਕੇ ਮੈਨੂੰ ਇੱਕ ਐਸੀ ਡਿਸਪੈਂਸਰੀ ਤੇ ਆਰਡਰ ਕਰਤੇ ਜਿੰਦਾ ਕੋਈ ਵਜੂਦ ਹੀ ਕੋਈ ਨਹੀਂ ਸੀ। ਅੱਛਾ ਪਹਿਲੇ ਤਾਂ ਅਸੀਂ 10 ਦਿਨ ਉਹ ਲੈਬੋਰਟਰੀ ਜਿਹੜੀ ਹੈ ਨਾ ਵੀ ਉਹ ਡਿਸਪੈਂਸਰੀ ਲੱਭਦੇ ਰਹੇ ਵੀ ਉਹ ਡਿਸਪੈਂਸਰੀ ਹੈ ਕਿੱਥੇ। ਫਿਰ ਮੁਤਲਕਾ ਜਿਹੜੇ ਨੇ CO ਸਾਹਿਬ ਉਹਨਾਂ ਨੂੰ ਅਸੀਂ ਆਗਾਹ ਕੀਤਾ। ਉਹਨਾਂ ਨੇ ਟੈਲੀਫੋਨ ਕਰਵਾ ਕੇ HR ਕੋ ਪੁੱਛਿਆ ਵੀ ਉਹ ਜਿੱਥੇ ਯਕੂਬ ਸਾਹਿਬ ਦੀ ਡਿਊਟੀ ਲਾਈ ਉਹ ਡਿਸਪੈਂਸਰੀ ਕਿੱਥੇ ਹੈ। ਤਾਂ ਉਹ ਮਸੂਫ ਦਾ ਵੀ ਅੱਗੇ ਇਹ ਕਹਿਣਾ ਸੀ, ਹਮਾਇਤ ਸ਼ਾਹ ਸਾਹਿਬ ਸੀ ਉਹਨਾਂ ਦਾ ਨਾਂ ਜੀ, ਉਹ ਕਹਿੰਦੇ ਜੀ ਸਾਨੂੰ ਤਾਂ ਆਪ ਨਹੀਂ ਪਤਾ ਵੀ ਜਿੱਥੇ ਤੁਸੀਂ ਇਹ ਡਿਸਪੈਂਸਰੀ ਇਹਨਾਂ ਦੀ ਡਿਊਟੀ ਲੱਗੀ ਹੈ ਤੇ ਇਹ ਕਬੂਲਰ ਰੋਡ 'ਤੇ ਡਿਸਪੈਂਸਰੀ ਲੱਭ ਲਾਂ। ਖੈਰ ਜੀ ਮੈਂ ਆਪਣੇ ਉਹ ਸਟੇ ਆਰਡਰਾਂ ਦੇ ਤਹਿਤ ਜਿੱਥੇ ਮੇਰੀ ਡਿਊਟੀ ਪਹਿਲੇ ਆਲਰੇਡੀ ਚੱਲਦੀ ਪਈ ਸੀ ਈਵਨਿੰਗ ਸ਼ਿਫਟ 'ਚ, ਮੈਂ ਉੱਥੇ ਆਪਣੀ ਡਿਊਟੀ ਕਰਦਾ ਸੀ। ਇਸ ਡਿਊਟੀ ਦੇ ਦੌਰਾਨ ਮੈਨੂੰ ਇਹਨਾਂ ਨੇ ਚੁੱਕ ਕੇ ਨਾ ਜੀ ਤੇ ਇੱਕ ਹੋਰ ਡਿਸਪੈਂਸਰੀ ਹੈ ਉੱਥੇ ਆਰਡਰ ਕਰਤੇ। ਹਾਲਾਂਕਿ ਉੱਥੇ ਪਹਿਲੇ ਹੀ ਇੱਕ ਆਲਰੇਡੀ ਸੀਨੀਅਰ ਡਿਸਪੈਂਸਰ ਕੰਮ ਕਰਦਾ ਪਿਆ ਸੀ। ਡਿਸਪੈਂਸਰੀ ਤੇ ਇੱਕ ਡਿਸਪੈਂਸਰ ਦੀ ਜ਼ਰੂਰਤ ਹੁੰਦੀ, ਉੱਥੇ 2 ਡਿਸਪੈਂਸਰਾਂ ਦਾ ਤੋਕੀ ਕੋਈ ਨਹੀਂ ਬਣਦਾ। ਬਤੌਰ ਸਜ਼ਾ ਜਿਹੜਾ ਨਾ ਵੀ ਇਹਨਾਂ ਨੇ ਮੈਨੂੰ ਚੁੱਕ ਕੇ ਉੱਥੇ ਕਰਤਾ। ਅੱਛਾ ਜੀ ਮੈਂ ਆਪਣੀ ਡਿਊਟੀ ਤਾਂ ਹਾਲ ਜਿਹੜੀ ਹੈ ਨਾ ਜੀ ਵੀ ਇੱਥੇ ਹੀ ਮੈਂ ਕਰਦਾ ਪਿਆ ਸੀ, ਇੱਥੇ ਹੀ ਮੈਂ ਹਾਜ਼ਰੀ ਆਪਣੀ ਲਾ ਰਿਹਾ ਸੀ। ਇਸ ਅਰਸੇ ਦੇ ਦੌਰਾਨ ਵੀ ਇਹਨਾਂ ਨੇ ਮੈਨੂੰ ਮੁਖਤਲਿਫ ਕਿਸਮ ਦੇ ਹਰਬੇ ਜਿਹੜੇ ਨਾ ਇਸਤੇਮਾਲ ਕੀਤੇ, ਥ੍ਰੈਡ ਕਰਨ ਵਾਸਤੇ, ਤੰਗ ਕਰਨ ਵਾਸਤੇ, ਇੱਥੋਂ ਤੱਕ ਕਿ ਮੇਰੀ ਨੌਕਰੀ ਵੀ ਇਹਨਾਂ ਨੇ ਦਾਅ 'ਤੇ ਲਾਤੀ। ਉਹ ਇਸ ਤਰ੍ਹਾਂ ਲਾਤੀ ਵੀ ਮੈਨੂੰ ਮੁਖਤਲਿਫ ਕਿਸਮ ਦੀਆਂ ਇਨਕੁਆਇਰੀਆਂ 'ਚ ਫਸਾਇਆ ਗਿਆ। ਕਿਸੇ ਨੂੰ ਕਿਹਾ ਜੀ ਤੂੰ ਸਾਡੇ ਕੋਲ 20,000 ਰੁਪਈਆ ਲੈ ਲਾ, ਅਸੀਂ ਜਿਹੜਾ ਨਾ ਵੀ ਤੇਰੀ ਮਾਲੀ ਮਦਦ ਵੀ ਕਰਦੇ ਹਾਂ ਤੇ ਤੂੰ ਯਕੂਬ ਸਾਹਿਬ ਦੇ ਖਿਲਾਫ ਜਿਹੜਾ ਨਾ ਵੀ ਐਪਲੀਕੇਸ਼ਨ ਦੇ, ਤੇ ਇਹਨਾਂ ਨੂੰ ਬਹਿਣ ਨਹੀਂ ਦੇਣਾ। ਖੈਰ ਜੀ 5-7 ਇਹਨਾਂ ਨੇ ਐਪਲੀਕੇਸ਼ਨਾਂ ਮੇਰੀਆਂ ਹੇਠ ਉੱਪਰ ਦਵਾਤੀਆਂ। ਕੋਈ ਇਨਕੁਆਇਰੀ ਦਾ ਬਹਾਨਾ ਬਣਾ ਕੇ ਮੈਨੂੰ ਉਹਨਾਂ ਨੇ ਸਸਪੈਂਡ ਵੀ ਕਰਾਤਾ। ਲੇਕਿਨ ਮੈਂ ਆਪਣੀ ਡਿਊਟੀ ਮੁਸਲਸਲ ਜਿਹੜੀ ਹੈ ਨਾ ਤਸਲਸਲ ਦੇ ਨਾਲ ਆਪਣੀ ਐਮਰਜੈਂਸੀ ਡਿਊਟੀ 'ਚ ਕਰਦਾ ਰਿਹਾ।
ਹੁਣ ਇਹਨਾਂ ਨੇ ਇਹ ਕੀਤਾ ਵੀ ਮੁਖਤਲਿਫ ਹੈ ਜਿਹੜੇ ਹੀਲੇ ਬਹਾਨੇ ਬਣਾ ਕੇ ਤੇ ਸੀਓ ਸਾਹਿਬ ਕੋ ਜਿਹੜਾ ਨਾ ਵੀ ਮੇਰੇ ਆਰਡਰ ਕਰਵਾਤੇ ਨੇ ਵੀ ਜੀ ਇਹ ਬੰਦਾ ਜਿਹੜਾ ਨਾ ਜੀ ਵੀ ਇੱਥੇ ਡਿਊਟੀ ਨਹੀਂ ਕਰ ਸਕਦਾ, ਇਹਦਾ ਦਾਖਲਾ ਮਨਾ ਹੈ। ਹਾਲਾਂਕਿ ਇੱਥੇ ਨਾਨ ਕੁਆਲੀਫਾਈਡ ਬੰਦੇ, ਨਾਨ ਕੁਆਲੀਫਾਈਡ ਪਰਸਨ, ਨਾਨ ਕੁਆਲੀਫਾਈਡ ਵਲੰਟੀਅਰ ਮੁੰਡੇ ਜਿਹੜੇ ਨੇ ਵੀ ਉਹ ਇੰਨਾ ਕੰਮ ਕਰਦੇ ਪਏ ਨੇ ਵੀ ਮੈਂ ਜੇ ਅਗਰ ਉਹ ਬਿਆਨ ਕਰ ਦੇਵਾਂ ਨਾ ਜੀ ਤੇ ਲੋਕੀ ਕੰਨਾਂ ਨੂੰ ਹੱਥ ਲਾ ਲੈਣਗੇ। ਡਾਕਟਰ ਸਾਹਿਬ ਬਿਆਨ ਕਿਉਂ ਨਹੀਂ ਕਰ ਰਹੇ? ਬਿਆਨ ਕਰੋ ਨਾ ਜੀ। ਬਿਆਨ ਸਰ ਮੈਂ ਆਪਣੇ ਸਬੂਤਾਂ ਦੇ ਨਾਲ ਕਰਨਾ, ਜਦੋਂ ਪ੍ਰੈਸ ਰਿਲੀਜ਼ ਕਰਾਂਗਾ, ਪ੍ਰੈਸ ਕਾਨਫਰੰਸ ਕਰਾਂਗਾ ਤਾਂ ਮੈਂ ਉਹ ਸਬੂਤਾਂ ਦੇ ਨਾਲ ਹੀ ਪੇਸ਼ ਕਰਾਂਗਾ। ਡਾਕਟਰ ਸਾਹਿਬ ਕੋਈ ਕੰਪਨੀਆਂ ਦੇ ਨਾਮ ਦੱਸ ਸਕਦੇ ਹੋ ਜਿਨ੍ਹਾਂ ਨਾਲ ਡਾਕਟਰਾਂ ਦੇ ਮੁਆਇਦੇ ਨੇ, ਬਾਹਰੋਂ ਟੀਕੇ ਆਉਂਦੇ ਨੇ, ਕੋਈ ਚੀਜ਼ਾਂ ਹੋਰ ਆਉਂਦੀਆਂ ਵਾ, ਇਹ ਕਿਵੇਂ ਰੋਕਿਆ ਜਾ ਸਕਦਾ ਇਸ ਕੰਮ ਨੂੰ? ਸਰ ਇਹ ਤੇ ਇੰਤਜ਼ਾਮੀਆ ਸੈਕਟਰੀ ਲੈਵਲ ਤੋਂ ਲੈ ਕੇ ਨੀਚੇ ਤੱਕ ਡੀਸੀ ਸਾਹਿਬ ਬੈਠੇ ਨੇ, ਸੀਓ ਸਾਹਿਬ ਬੈਠੇ ਨੇ ਵੀ ਜਿਹੜੀਆਂ ਤੁਸੀਂ ਹਸਪੀਟਲ ਦੇ ਅੰਦਰ ਕੋਈ ਮੈਡੀਸਨ ਪ੍ਰੋਵਾਈਡ ਕਰਦੇ ਨੇ ਉਹ ਤਾਂ ਇਹ ਆ ਵੀ ਸਟੋਰਾਂ ਦੇ ਵਿੱਚ ਦਵਾਈਆਂ ਪਈਆਂ, ਕੋਈ ਪਤਾ ਹੀ ਕੋਈ ਨਹੀਂ ਵੀ ਕੋਈ ਦਵਾਈ ਆ ਰਹੀ ਹੈ ਨਹੀਂ ਆ ਰਹੀ, ਕੋਈ ਇੱਥੇ ਮਿਲਦੀ ਹੈ ਨਹੀਂ ਮਿਲਦੀ। ਬਸ ਇਹੀ ਹੈ ਜੀ ਵੀ ਇਹ ਦਵਾਈ ਕੋਈ ਨਹੀਂ, ਇੱਥੇ ਤਾਂ 5-5 ਰੁਪਏ ਦਾ ਜਿਹੜਾ ਟੀਕਾ ਉਹ ਵੀ ਬਾਅਦ ਦਫਾ ਲੋਕਾਂ ਨੂੰ ਜਿਹੜਾ ਨਾ ਵੀ ਬਾਹਰੋਂ ਲਿਆਉਣ ਦਾ ਅਸੀਂ ਕਹਿੰਦੇ ਹਾਂ। ਤੇ ਜਿਹੜਾ ਬਾਕੀ ਰਹਿ ਗਿਆ ਕੰਪਨੀਆਂ ਦਾ ਅਨਕਰੀਬ ਜਿਹੜਾ ਨਾ ਜੀ ਉਹ ਅਸੀਂ ਉਹਨਾਂ ਦੇ ਬਾਈ ਨੇਮ ਜਿਹੜੇ ਹੈ ਨਾ ਵੀ ਉਹ ਤੁਹਾਨੂੰ ਦੱਸ ਦਿਆਂਗੇ ਵੀ ਕਿਹੜਾ ਬੰਦਾ ਫਰੈਂਚਾਈਜ਼ ਕਰਦਾ, ਕਿਹੜਾ ਬੰਦਾ ਉੱਥੋਂ ਆਪਣੀ ਕੰਪਨੀਆਂ ਦੇ ਥਰੂ ਜਿਹੜਾ ਨਾ ਜੀ ਵੀ ਉਹ ਮੁਖਤਲਿਫ ਕਿਸਮ ਦੀਆਂ ਮੈਡੀਸਨ ਜਿਹੜੀਆਂ ਪ੍ਰੋਵਾਈਡ ਕਰਦੇ ਨੇ ਪੈਸੇ ਦੇ ਕੇ। ਡਾਕਟਰ ਸਾਹਿਬ ਜਿਹੜੇ ਹਸਪੀਟਲ ਦੇ THQ ਆਰਵਾਲਾ ਦੇ ਬਾਹਰ 3-4 ਅਹਿਮ ਪੁਆਇੰਟ ਨੇ ਜਿਨ੍ਹਾਂ 'ਚ ਸ਼ਰਜੀਲ ਮੈਡੀਕਲ ਸਟੋਰ ਆ, 2-3 ਹੋਰ ਮੈਡੀਕਲ ਸਟੋਰ ਨੇ, ਕੁਝ ਲੈਬਾਂ ਨੇ ਜਿਨ੍ਹਾਂ ਦੇ ਨਾਲ ਅੰਦਰ ਡਾਕਟਰਾਂ ਦੀਆਂ ਤਾਨੇ ਬਾਨੇ ਮਿਲੇ ਹੋਏ ਨੇ, ਤੇ ਇਹਨਾਂ 'ਤੇ ਕੰਟਰੋਲ ਕਿਉਂ ਨਹੀਂ ਕੀਤਾ ਜਾ ਰਿਹਾ? ਸਾਡੇ MS ਸਾਹਿਬ 'ਤੇ ਵੀ ਇੱਕ ਜਿਹੜਾ ਨਾ ਜੀ ਬੜੀ ਲੰਮੀ ਫਰਿਸਤ ਆ ਉਹਨਾਂ ਦੀ ਵੀ ਕਿ ਉਹਨਾਂ 'ਤੇ ਵੀ ਕੇਸਿਸ ਚੱਲ ਰਹੇ ਨੇ ਲੇਕਿਨ ਉਹ ਵੀ ਸੀਟ 'ਤੇ ਮੌਜੂਦ ਨੇ। ਕੀ ਗੱਲ ਆ, ਇਹ ਐਡੇ ਬਾਸਰ ਕਿਉਂ ਨੇ? ਸਰ ਪਹਿਲੇ ਤਾਂ ਸਟੋਰਾਂ ਵਾਲਿਆਂ ਦੀ ਮੈਂ ਗੱਲ ਕਰਦਾ, ਸਟੋਰਾਂ ਵਾਲਿਆਂ ਦੀ ਮਜਬੂਰੀ ਹੈ। ਜਦੋਂ ਮੈਡੀਸਨ ਉਹਨਾਂ ਨੇ ਵਿਚਾਰਿਆਂ ਨੇ ਸਟੋਰ ਵਾਲਿਆਂ ਨੇ ਦਵਾਈ ਖਰੀਦਣੀ, ਸਟੋਰ ਵਾਲਿਆਂ ਨੇ ਦਵਾਈ ਖਰੀਦ ਕੇ ਤੇ ਅੱਗੇ ਫਰੋਖਤ ਕਰਨੀ। ਡਾਕਟਰ ਦਾ ਨੁਸਖਾ ਆਉਣਾ, ਉਹਨਾਂ ਨੇ ਡਾਕਟਰ ਦੇ ਨੁਸਖੇ ਦੇ ਮੁਤਾਬਕ ਉਹਨਾਂ ਨੇ ਦਵਾਈ ਦੇ ਦੇਣੀ। ਉਹਨਾਂ ਨੂੰ 2 ਰੁਪਏ 4 ਰੁਪਏ 5 ਰੁਪਏ ਇੱਕ ਚੀਜ਼ ਮਗਰ ਬਚਣੇ, ਉਹ ਉਹਨਾਂ ਨੇ ਆਪਣਾ ਰੋਜ਼ੀ ਪਾਣੀ ਕਮਾਣਾ ਹੀ ਕਮਾਣਾ। ਕੰਪਨੀਆਂ ਵਾਲੇ ਅੱਗੇ ਜਿਹੜਾ ਉਹ ਸਿਲਸਿਲਾ ਨਾ ਕਰਨ ਤੇ ਇਹ ਅੱਗੇ ਜਿਹੜੇ ਡਾਕਟਰ ਨੇ ਇਹ ਵੀ ਇਹ ਚੀਜ਼ਾਂ ਨਾ ਕਰਨ, ਇੰਤਜ਼ਾਮੀਆਂ ਇਹਨਾਂ ਨੂੰ ਰੋਕੇ। ਤੇ ਮੈਂ ਤਾਂ ਕਹਿੰਦਾ ਵੀ ਕਿਸੇ ਦੀ ਮਜਾਲ ਨਹੀਂ ਹੈਗੀ ਵੀ 2 ਨੰਬਰ ਕੰਮ ਦਾ ਕੋਈ ਵੀ ਬੰਦਾ ਹਿੱਸਾ ਬਣੇਗਾ। ਦੂਸਰੇ ਨੰਬਰ 'ਤੇ ਰਹਿ ਗਈ ਜਿਹੜੇ ਮੌਸੂਫ ਨੇ MS ਸਾਹਿਬ, ਇਹ ਸਜ਼ਾ ਯਾਫਤਾ ਨੇ ਤੋਹੀਨ ਅਦਾਲਤ ਦੇ ਕੇਸ 'ਚ 2 ਕੇਸਾਂ 'ਚ ਇਹਨਾਂ ਨੂੰ 5-5 ਲੱਖ ਰੁਪਏ ਜੁਰਮਾਨਾ ਤੇ 3-3 ਮਹੀਨੇ ਦੀ ਸਜ਼ਾ ਹੋ ਚੁੱਕੀ ਹੈ। ਲੇਕਿਨ ਤਾਹਾਲ ਵੱਡੇ ਅਫਸਰਾਂ ਦੀ ਆਸ਼ੀਰਵਾਦ ਨਾਲ ਜਿਹੜਾ ਨਾ ਵੀ ਇਹ ਹਾਲੇ ਤੱਕ ਸਟਿਲ MS ਦੀ ਕੁਰਸੀ ਤੇ ਬਹਿ ਕੇ ਬਰਾਜਮਾਨ ਨੇ ਤੇ ਆਪਣੇ ਜਿਹੜੇ ਨਾ ਵੀ ਮਾਮੂਲ ਦੇ ਮੁਤਾਬਕ ਕੰਮ ਕਰੀ ਜਾ ਰਹੇ ਨੇ। ਯਕੂਬ ਸਾਹਿਬ ਆਰਵਾਲਾ THQ ਹਸਪੀਟਲ ਦੇ ਵਿੱਚ ਜਿਹੜੀ ਨਾ ਜੀ ਉਹ ਡਾਕਟਰ ਥੋੜ੍ਹੇ ਨੇ ਤੇ ਸਿਆਸੀ ਮੁਦਾਖਲਤ ਜ਼ਿਆਦਾ ਹੋ ਰਹੀ ਹੈ, ਇਹ ਮੁਦਾਖਲਤ ਕਿਵੇਂ ਰੁਕ ਸਕਦੀ ਆ? ਅਗਰ ਇਹ ਮੁਦਾਖਲਤ ਖਤਮ ਨਹੀਂ ਹੋਏਗੀ ਸਿਆਸੀ ਤੇ ਕਿਆ ਸਾਡੇ ਮਰੀਜ਼ਾਂ ਨੂੰ ਰਿਲੀਫ ਮਿਲ ਸਕੇਗਾ? ਸਰ ਡਾਕਟਰ ਥੋੜ੍ਹੇ ਨਹੀਂ ਹੈਗੇ, ਕਮ ਅਜ਼ ਕਮ ਜਿਹੜਾ ਨਾ 60 ਤੋਂ 70 ਡਾਕਟਰ ਨੇ ਸਪੈਸ਼ਲਿਸਟ ਮਿਲਾ ਕੇ। ਤੇ ਡਾਕਟਰਾਂ ਦੀ ਤਾਂ ਕਮੀ ਕੋਈ ਨਹੀਂ ਹੈਗੀ ਲੇਕਿਨ ਨੀਅਤਾਂ ਦਾ ਫਤੂਰ ਹੈ। ਜੇ ਅਗਰ ਡਾਕਟਰਾਂ ਦੀ ਨੀਅਤ ਸਾਫ਼ ਹੋਵੇ ਤੇ ਮੈਂ ਕਹਿੰਦਾ ਵੀ ਮੁਦਾਖਲਤ ਕੋਈ ਵੀ ਕਰਦਾ ਹੋਵੇ, ਜਿੰਨੇ ਔਨ ਮੈਰਿਟ ਕੰਮ ਕਰਨਾ ਉਹਦੇ ਵਾਸਤੇ ਤਾਂ ਸਿਫਾਰਿਸ਼ ਜਿਹੜੀ ਹੈ ਉਹ ਨਾ ਹੋਣ ਦੇ ਬਰਾਬਰ ਹੁੰਦੀ ਹੈ। ਜਦੋਂ ਤੁਸੀਂ ਰਾਈਟ 'ਤੇ ਕੰਮ ਕਰੋਗੇ ਤਾਂ ਤੁਹਾਨੂੰ ਕਿਸੇ ਦਾ ਡਰ ਵੀ ਨਹੀਂ ਹੋਏਗਾ ਤੇ ਸਿਫਾਰਿਸ਼ ਜਿਹੜਾ ਮਰਜ਼ੀ ਕਰੀ ਜਾਵੇ। ਡਾਕਟਰ ਸਾਹਿਬ ਸਾਡੇ ਵਾਇਸ ਆਫ ਪੰਜਾਬ ਦੇ ਵਲੰਟੀਅਰ ਕੱਢੇ ਗਏ ਨੇ ਜਿਹੜੇ ਸਾਡੇ ਨਾਲ ਵੀ ਅਟੈਚ ਸੀ, ਖਿਦਮਤ ਸਾਡੀ ਵੀ ਕਰ ਰਿਹਾ ਸੀ ਵਾਇਸ ਆਫ ਪੰਜਾਬ ਦੀ ਆਵਾਮ ਵਾਸਤੇ, ਉਧਰ ਵੀ ਕੰਮ ਕਰ ਰਿਹਾ ਸੀ। ਲੇਕਿਨ ਜਿਹੜੇ ਉਹਨਾਂ ਦੇ ਆਪਣੇ 2-4 ਅਹਿਮ ਨੇ ਉੱਥੇ ਇਸ ਟਾਈਮ ਆਤਫ ਨਾਮੀ ਲੜਕਾ ਵਾ, ਹਮਜ਼ਾ ਵਾ, ਉਹ ਉਹਨਾਂ ਦੇ ਰਾਈਟ ਹੈਂਡ ਨੇ, ਉਹਨਾਂ ਨੂੰ ਕਿਉਂ ਨਹੀਂ ਕੱਢਿਆ ਜਾ ਰਿਹਾ? ਕਿਆ ਉਹਨਾਂ ਕੋਲੇ ਕੋਈ ਡਿਗਰੀਆਂ ਨੇ, ਉਹਨਾਂ ਦੀਆਂ ਕੋਈ ਸੈਲਰੀਆਂ ਲੱਗੀਆਂ ਨੇ, ਉਹਨਾਂ ਦਾ ਉੱਥੇ ਚੁੱਕੇ ਉਹ ਕੁਆਲੀਫਾਈਡ ਵੀ ਨਹੀਂ ਹੈ, ਇਸ ਦੇ ਬਾਵਜੂਦ ਵੀ ਮਰੀਜ਼ਾਂ ਨੂੰ ਟੀਕੇ ਲਗਾਏ ਜਾ ਰਹੇ ਨੇ? ਸਰ ਇਸ ਤਰ੍ਹਾਂ ਵੀ ਕਿਸੇ ਦੇ ਵਾਰਡ ਬੋਏ ਦੇ ਆਰਡਰ ਨੇ, ਕਿਸੇ ਦੇ ਵਾਰਡ ਸਰਵੈਂਟ ਦੇ ਆਰਡਰ ਨੇ, ਕੋਈ ਬਤੌਰ ਵਲੰਟੀਅਰ ਕੰਮ ਕਰ ਰਹੇ ਨੇ, ਕੋਈ ਬਤੌਰ ਡੇਲੀ ਵੇਜਸ ਕੰਮ ਕਰ ਰਹੇ ਨੇ। ਉਹਨਾਂ ਨੂੰ ਕੋਈ 6-6 ਮਹੀਨੇ ਤਨਖਾਹ ਹੀ ਨਹੀਂ ਲੱਭਦੀ, ਕੋਈ ਸਾਲ 'ਚ ਇੱਕ ਅੱਧੀ ਤਨਖਾਹ ਲੱਭਦੀ ਹੈ ਤੇ ਬਾਕੀ ਉਹ ਇਹਨਾਂ ਦੇ ਸਿਰ 'ਤੇ ਹੀ ਚੱਲਦੇ ਪਏ ਨੇ। ਜਦੋਂ ਇਹ ਚੀਜ਼ਾਂ ਡਾਕਟਰਾਂ ਦੀਆਂ ਇਹ ਓਬੇ ਕਰਦੇ ਨੇ ਤੇ ਲਾ ਮਹੱਲਾ ਡਾਕਟਰ ਵੀ ਉਹਨਾਂ ਨੂੰ ਓਬਲਾਈਜ਼ ਕਰਦੇ ਨੇ। ਡਾਕਟਰ ਓਬਲਾਈਜ਼ ਨਾ ਕਰਨ ਤੇ ਇਹਨਾਂ ਦੀ ਕੀ ਜ਼ਰੂਰਤ ਹੈਗੀ ਹੈ ਵੀ ਇਹ ਇਸ ਤਰ੍ਹਾਂ ਕੰਮ ਕਰਦੇ ਨੇ। ਇੱਥੇ ਡਾਕਟਰ ਸਾਹਿਬ ਆਉਣ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਤੁਸੀਂ ਕਰ ਰਹੇ ਹੋ ਉਹ ਮਤਵੱਕੋ ਕਿੰਨੇ ਦਿਨਾਂ ਬਾਅਦ ਆ ਤੇ ਕਿਹੜੇ ਐਵੀਡੈਂਸ ਤੁਸੀਂ ਦੇਣੇ ਜਾ ਰਹੇ ਹੋ THQ ਹਸਪੀਟਲ ਦੇ ਹਵਾਲੇ ਨਾਲ? ਕਿਆ ਤੁਹਾਡੀ ਇਸ ਐਵੀਡੈਂਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਸਾਡੀ ਹਕੂਮਤ ਜਾਂ ਸਾਡੇ ਅਦਾਰੇ ਇਹਨੂੰ ਕੰਟਰੋਲ ਕਰ ਪਾਉਣਗੇ? ਕਿਆ ਮੇਰੇ ਤੇ ਖਿਆਲ ਨਾਲ ਇਹ ਬਹੁਤ ਵੱਡਾ ਇੱਕ ਮਾਫੀਆ ਨਜ਼ਰ ਆ ਰਿਹਾ ਹੈ? ਸਰ ਬਿਲਕੁਲ ਤੁਹਾਡੀ ਗੱਲ ਸਹੀ ਹੈ, ਬਿਲਕੁਲ ਬਹੁਤ ਬੜਾ ਮਾਫੀਆ ਹੈ। ਲੇਕਿਨ ਬਤੌਰ ਇਨਸਾਨ ਖੌਫ ਖੁਦਾ ਰੱਖਦੇ ਹੋਏ ਅਸੀਂ ਤਾਂ ਆਪਣਾ ਕੰਮ ਜਿਹੜਾ ਨਾ ਜੀ ਵੀ ਉਹ ਕਰਨਾ, ਅਸੀਂ ਖਿਦਮਤ ਖਲਕ 'ਚ ਆਪਣਾ ਹਿੱਸਾ ਪਾਉਣਾ। ਤੇ ਦੂਸਰੇ ਨੰਬਰ 'ਤੇ ਇਹ ਹੈ ਵੀ ਜਿਹੜਾ ਮਾਫੀਆ ਹੈਗਾ
ਅੱਲਾਹ ਤਾਲਾ ਇਹਨਾਂ ਨੂੰ ਵੀ ਨੇਕ ਹਦਾਇਤ ਦੇਵੇ। ਜਿਹੜੇ ਹਕਾਇਕ ਨੇ ਪ੍ਰੈਸ ਕਾਨਫਰੰਸ ਦੇ ਉਹ ਅਨਕਰੀਬ ਹੀ ਇਨਸ਼ਾਅੱਲਾ ਅਸੀਂ ਕਰਾਂਗੇ ਤੇ ਬਤੌਰ ਸਬੂਤ ਦਰਜਾ ਚਾਰਮ ਤੋਂ ਲੈ ਕੇ ਚੌਕੀਦਾਰ ਤੋਂ ਲੈ ਕੇ MS ਤੱਕ ਜੋ ਵੀ ਲੋਕ ਇਹਦੇ 'ਚ ਮੁਲਵਸ ਨੇ ਉਹ ਸਾਰਿਆਂ ਦੇ ਚੱਟੇ ਖੱਟੇ ਖੋਲਾਂਗੇ ਵੀ ਇੱਕ ਡਿਸਪੈਂਸਰ ਜਿਹੜਾ ਵੀ ਉਹਨੂੰ ਜੁਮਾ 8 ਦਿਨ ਹੋਏ ਨੂੰ ਨੌਕਰੀ ਲੱਗੇ ਨੂੰ ਤਾਂ ਉਹ ਇੱਥੇ ਕਰੋੜਾਪਤੀ ਬਣੇ ਬੈਠੇ ਨੇ, ਉਹਨਾਂ ਨੂੰ ਪੁੱਛਣ ਦੱਸਣ ਵਾਲਾ ਕੋਈ ਨਹੀਂ। MS ਸਾਹਿਬ ਜਿਹੜੇ ਨੇ ਉਹਨਾਂ ਦੀ 4-4 ਗੱਡੀਆਂ ਉਹਨਾਂ ਨੇ ਰੱਖੀਆਂ ਹੋਈਆਂ ਨੇ, ਕਰੋੜਾਂ ਦੀਆਂ ਜਾਇਦਾਦਾਂ ਬਣੀਆਂ ਹੋਈਆਂ ਨੇ, ਮੁਖਤਲਿਫ ਜਗ੍ਹਾ 'ਤੇ ਪਲਾਟ ਨੇ ਜਿਹੜੇ ਖਰੀਦੇ ਹੋਏ ਨੇ ਕੀਮਤੀ, ਤੇ ਉਹਨਾਂ ਦਾ ਪਤਾ ਹੀ ਕੋਈ ਨਹੀਂ ਹੈਗਾ ਕਿਸੇ ਨੂੰ ਵੀ ਇਹ ਮਸੂਬ ਜਿਹੜੇ ਨੇ ਵੀ ਇਹ ਇੰਨਾ ਪੈਸਾ ਕਿੱਥੋਂ ਲਿਆਈ ਜਾ ਰਹੇ ਨੇ ਤੇ ਕਿੱਥੋਂ ਕਮਾਈ ਜਾ ਰਹੇ ਨੇ ਤੇ ਕਿੱਥੋਂ ਜਾਇਦਾਦਾਂ ਬਣ ਰਹੀਆਂ। ਡਾਕਟਰ ਸਾਹਿਬ ਸਾਡੀ ਨੈਬ ਸੁੱਤੀ ਪਈ ਹੈ। ਨੈਬ ਵੀ ਸਾਫਦਾਰ ਹੈ ਜੀ, ਸੁੱਤੀ ਪਈ ਹੈ ਜੀ, ਜਿਵੇਂ ਦੂਸਰੀ ਆਵਾਮ ਸੁੱਤੀ ਪਈ ਹੈ ਐਵੇਂ ਨੈਬ ਵੀ ਸੁੱਤੀ ਹੋਈ ਹੈ, ਦੂਸਰੇ ਅਦਾਰੇ ਵੀ ਸੁੱਤੇ ਹੋਏ ਨੇ ਸਾਰੇ। ਡਾਕਟਰ ਸਾਹਿਬ ਤੁਸੀਂ ਜਿਹੜਾ ਕਦਮ ਉਠਾਇਆ ਵਾ ਬੇਸ਼ੱਕ ਕਿ ਇਹ ਆਰੇਵਾਲਾ ਦੀ ਆਵਾਮ ਦੀ ਬਿਹਤਰੀ ਵਾਸਤੇ ਬਹੁਤ ਅੱਛਾ ਕਦਮ ਆ। ਇਸ ਤੋਂ ਪਹਿਲੇ ਆਰੇਵਾਲਾ ਦੇ ਤਾਰੀਖ ਦੇ ਅੰਦਰ ਇਹ ਕਦਮ ਕਿਸੇ ਨੇ ਨਹੀਂ ਉਠਾਇਆ। ਆਵਾਮ ਦੇ ਨਾਮ ਕੀ ਪੈਗਾਮ? ਆਵਾਮ ਦੇ ਨਾਲ ਪੈਗਾਮ ਮੇਰਾ ਇਹ ਹੈ ਜੀ ਵੀ ਸਭ ਨਾਲੋਂ ਪਹਿਲੇ ਤਾਂ ਮੈਂ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਦਾ ਵੀ ਅੱਲਾਹ ਤਾਲਾ ਨੇ ਮੈਨੂੰ ਇੰਨੀ ਕੁ ਹਿੰਮਤ ਦਿੱਤੀ ਹੈ ਵੀ ਮੈਂ ਆਪਣੇ ਸ਼ਹਿਰ ਦੀ ਆਵਾਮ ਵਾਸਤੇ ਜਿਹੜਾ ਨਾ ਜੀ ਵੀ ਐਡਾ ਵੱਡਾ ਕਦਮ ਚੁੱਕਿਆ। ਤੇ ਜ਼ਿੰਦਗੀ ਮੌਤ ਅੱਲਾਹ ਦੇ ਹੱਥ 'ਚ ਹੈ, ਇੱਜ਼ਤ ਜ਼ਿਲਤ ਅੱਲਾਹ ਦੇ ਹੱਥ 'ਚ ਹੈ, ਉਹ ਕਿਸੇ ਬੰਦੇ ਦੇ ਹੱਥ 'ਚ ਨਹੀਂ ਹੈ। ਜੇ ਅਗਰ ਬੰਦਿਆਂ ਦੇ ਹੱਥ 'ਚ ਹੁੰਦੀ ਤੇ ਬੰਦੇ ਜਿਹੜਾ ਨਾ ਵੀ ਬੰਦਿਆਂ ਨੂੰ ਖਾਂਦਾ ਵੇਖ ਹੀ ਨਹੀਂ ਸਕਦੇ। ਸਭ ਨਾਲੋਂ ਵੱਡਾ ਜਿਹੜਾ ਮੇਰਾ ਆਵਾਮੀ ਸਵਾਲ ਆਵਾਮ ਨਾਲ ਹੈ ਵੀ ਜਿੰਨਾ ਵੱਡਾ ਕਦਮ ਮੈਂ ਇਹਨਾਂ ਦੀ ਫਲਾਹ ਬਹਿਬੂਦ ਵਾਸਤੇ ਚੁੱਕਿਆ ਤੇ ਇਹ ਆਵਾਮ ਨੂੰ ਮੇਰੀ ਇਲਤਮਾਸ ਹੈ, ਗੁਜ਼ਾਰਿਸ਼ ਹੈ ਵੀ ਆਵਾਮ ਵੀ ਭਰਪੂਰ ਤਰੀਕੇ ਨਾਲ ਮੇਰਾ ਸਾਥ ਦੇਣ। ਡਾਕਟਰ ਸਾਹਿਬ ਜਿੰਨਾ ਤੁਸੀਂ ਮੈਨੂੰ ਵਾਕਿਆ ਸੁਣਾ ਚੁੱਕੇ ਹੋ ਜੋ ਤੁਹਾਡੇ ਨਾਲ ਬੀਤਦੀ ਪਈ ਆ, ਡੈਫੀਨੇਟਲੀ ਕਿ ਤੁਹਾਨੂੰ ਥ੍ਰੈਡ ਕੀਤਾ ਜਾ ਰਿਹਾ ਹੋਏਗਾ, ਤੁਹਾਡੀ ਜਾਨ ਨੂੰ ਖਤਰਾ ਹੋਏਗਾ। ਖੁਦਾ ਨਾ ਖਾਸਤਾ ਅੱਲਾ ਨਾ ਕਰੇ ਅਗਰ ਤੁਹਾਡੇ ਨਾਲ ਕੋਈ ਮਾਮਲਾ ਪੇਸ਼ ਆਉਂਦਾ, ਜ਼ਿੰਮੇਦਾਰ ਕੌਣ ਆ ਔਰ ਕਿਹਦੇ ਵੱਲੋਂ ਤੁਹਾਨੂੰ ਥ੍ਰੈਡ ਕੀਤਾ ਗਿਆ ਹੁਣ ਤੱਕ? ਸਰ ਸਿਆਸੀ ਤੌਰ ਤੇ ਮਕਾਮੀ ਜਿਹੜੇ MNA ਹਜ਼ਰਾਤ ਨੇ ਇਹ ਜੀ, ਉਸ ਤੋਂ ਬਾਅਦ ਮੌਜੂਦਾ MS ਸਾਹਿਬ ਜਿਹੜੇ ਬੈਠੇ ਨੇ ਅਲਵੀ ਸਾਹਿਬ, ਫਿਰ ਮੌਜੂਦਾ ਜਿਹੜੇ ਮੇਰੇ ਨਾਲ ਡਿਊਟੀ ਦੇ ਡਾਕਟਰ ਹਜ਼ਰਾਤ ਨੇ ਉਹ ਮੈਨੂੰ ਮੁਖਤਲਿਫ ਹੀਲੇ ਬਹਾਨਿਆਂ ਨਾਲ ਜਿਹੜਾ ਨਾ ਵੀ ਥ੍ਰੈਡ ਕਰ ਰਹੇ ਨੇ ਵੀ ਕਦੀ ਜੀ ਨੌਕਰੀ ਨਹੀਂ ਕਰਨ ਦੇਣੀ, ਕਦੀ ਕੁਛ ਕਰਨਾ ਕਦੀ ਕੁਛ ਕਰਨਾ। ਲਿਹਾਜ਼ਾ ਮੈਨੂੰ ਤਾਂ ਆਪਣੀ ਜਾਨ ਦਾ ਖਤਰਾ ਹੈ ਹੀ, ਲੇਕਿਨ ਜਦੋਂ ਮੇਰੇ ਨਾਲ ਕੋਈ ਘਾਟਾ ਵਾਧਾ ਹੋ ਜਾਏਗਾ ਤਾਂ ਮੇਰੇ ਨੁਕਸਾਨ ਦੇ ਨਫੇ ਦੇ ਜਿਹੜੇ ਹੈ ਨਾ ਜੀ ਵੀ ਇਹ ਲੋਕ ਜ਼ਿੰਮੇਦਾਰ ਹੋਣਗੇ। ਮੁਤਲਕਾ MS ਉਹਨਾਂ ਦੀ ਟੀਮ, ਉਸ ਤੋਂ ਬਾਅਦ ਜਿਹੜੇ ਡਾਕਟਰ ਹਜ਼ਰਾਤ ਮੇਰੇ ਨਾਲ ਕੰਮ ਕਰ ਰਹੇ ਨੇ ਉਹ, ਤੇ ਸਿਆਸੀ ਤੌਰ ਤੇ ਜਿਹੜੇ ਮੁਕਾਮੀ MNA MPA ਨੇ ਇਹ ਲੋਕ। ਡਾਕਟਰ ਸਾਹਿਬ ਗੌਰਮੈਂਟ ਦੇ ਨਾਮ ਕੀ ਪੈਗਾਮ ਹੈ? ਇਹ ਬਹੁਤ ਵੱਡਾ ਅਲਮੀਆ ਵੀ ਹੈ, ਤੁਹਾਡੀ ਜਾਨ ਨੂੰ ਵੀ ਖਤਰਾ ਹੈ, ਤੁਸੀਂ ਘਰੇ ਮਹਿਸੂਰ ਹੋ ਕੇ ਰਹਿ ਗਏ ਹੋ, ਤੇ ਗੌਰਮੈਂਟ ਦੇ ਨਾਮ ਕੀ ਪੈਗਾਮ ਹੈ? ਸਰ ਗੌਰਮੈਂਟ ਦੇ ਨਾਮ ਪੈਗਾਮ ਤਾਂ ਇਹੀ ਹੈ ਵੀ ਇਨਸਾਨੀਅਤ ਦੀ ਫਲਾਹ ਬਹਿਬੂਦ ਵਾਸਤੇ ਜੋ ਸਾਡੇ ਲੀਡਰ ਹਜ਼ਰਾਤ ਜਾਂ ਮੁਕਾਮੀ ਜਿਹੜੇ ਸਾਡੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਨੇ ਜਾਂ ਵਜ਼ੀਰ ਆਲਾ ਹੈ ਨੇ ਜਾਂ ਜੋ ਵੀ ਬਿਊਰੋਕ੍ਰੇਸੀ ਦੇ ਹਜ਼ਰਾਤ ਬੈਠੇ ਨੇ ਉਹਨਾਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਤੇ ਇਸ ਚੀਜ਼ ਨੂੰ ਖ਼ਤਮ ਕਰਨਾ ਚਾਹੀਦਾ ਤਾਂ ਕਿ ਲੋਕਾਂ ਤੱਕ ਜਿਹੜਾ ਨਾ ਜੀ ਬਿਲਾ ਹਿਲ ਹੁਜਤ ਜਿਹੜਾ ਨਾ ਜੀ ਵੀ ਉਸ ਚੀਜ਼ ਦੇ ਸਮਰਾਤ, ਉਸ ਚੀਜ਼ ਦੇ ਜਿਹੜੇ ਅਸਰਾਤ ਨੇ, ਫਾਇਦੇ ਨੇ, ਉਹ ਬਰਾਹ ਰਾਸਤ ਆਵਾਮ ਤੱਕ ਪਹੁੰਚਣੇ ਚਾਹੀਦੇ। ਡਾਕਟਰ ਸਾਹਿਬ ਮੇਰਾ ਅੱਜ ਦੇ ਸੈਸ਼ਨ ਦਾ ਆਖਰੀ ਸਵਾਲ ਤੁਹਾਡੇ ਤੋਂ, ਤੁਹਾਡਾ ਤਕਰੀਬਨ 30 ਤੋਂ 35 ਸਾਲ ਦਾ ਜਿਹੜਾ ਨਾ ਜੀ ਉਹ ਡਾਇਰੈਕਸ਼ਨ ਹੈ ਤੁਹਾਡੀ ਇੱਥੋਂ ਦੀ ਜਿਹੜੀ ਡਿਊਟੀ ਦਾ, ਇਸ ਦੌਰਾਨ ਤੁਹਾਡੇ ਨਾਲ ਇੰਨੀ ਮੁਖਾਲਫਤ ਤੁਸੀਂ ਫਿਰ ਵੀ ਡਿਊਟੀ ਕਰ ਰਹੇ ਹੋ, ਦਿਲ ਬਰਦਾਸ਼ਤਾ ਹੋ ਕੇ ਛੱਡਣ ਦੀ ਕਿਤੇ ਸੋਚਿਆ ਨਹੀਂ ਵੀ ਛੱਡ ਦੇਵਾਂ ਇਸ ਕੁੱਤੀ ਚੀਕੇ ਤੋਂ ਜਾਨ ਛੁਡਾ ਲਵਾਂ? ਸਰ ਦਿਲ ਕਰਦਾ ਜਦੋਂ ਬਹੁਤ ਜ਼ਿਆਦਾ ਕੋਫਤ ਹੁੰਦੀ ਹੈ ਨਾ ਜ਼ਹਿਨੀ ਤੌਰ ਤੇ ਵੀ ਰੋਜ਼ ਹੀ ਜ਼ਹਿਨੀ ਤੌਰ ਤੇ ਟਾਰਚਰ ਕੀਤਾ ਜਾਂਦਾ ਸਾਨੂੰ ਵੀ ਤੁਸੀਂ 2 ਟਕੇ ਦੇ ਡਿਸਪੈਂਸਰ ਹੋ, ਤੁਸੀਂ ਇਹ ਹੋ, ਤੁਸੀਂ ਫਲਾਨ ਹੋ, ਤੁਸੀਂ ਢੀਂਗ ਹੋ, ਤੇ ਤੁਸੀਂ ਜਿਹੜਾ ਨਾ ਵੀ ਡਾਕਟਰਾਂ ਨਾਲ ਮੱਥਾ ਲਾ ਲੈਂਦੇ ਜੇ। ਤੇ ਬਾਜ਼ ਦਫਾ ਸਾਡਾ ਜਿਹੜਾ ਨਾ ਜੀ ਵੀ ਆਪਣਾ ਦਿਲ ਫੈਡਅਪ ਹੋ ਜਾਂਦਾ ਬਤੌਰ ਇਨਸਾਨ ਹੋਣ ਦੇ, ਯਾਰ ਵੀ ਅਸੀਂ ਕਰਦੇ ਕੀ ਹਾਂ, ਸਾਡੇ ਨਾਲ ਹੁੰਦਾ ਕੀ ਪਿਆ ਤੇ ਅਸੀਂ ਇਸ ਸਿਸਟਮ 'ਚੋਂ ਲੈਣਾ ਕੀ ਹੈ। ਠੀਕ ਹੈ, ਤੇ ਬੜਾ ਦਿਲ ਕਰਦਾ ਜੀ ਵੀ ਬਾਜ਼ ਦਫਾ ਵੀ ਰੋਕਣੀ ਤੋਂ ਰਿਜ਼ਾਈਨ ਦੇ ਦਈਏ, ਲੇਕਿਨ ਬੱਚਿਆਂ ਦੀ ਰੋਜ਼ੀ ਰੋਟੀ ਲੱਗੀ ਹੋਈ ਹੈ, ਹੋਰ ਕੋਈ ਸਾਡੇ ਕੋਲ ਸਿਲਸਿਲਾ ਕੋਈ ਨਹੀਂ ਹੈਗਾ। ਜੇ ਅਗਰ ਹੋਰ ਕੋਈ ਸਿਲਸਿਲਾ ਹੋਵੇ ਤਾਂ ਅਸੀਂ ਇਸ ਨੌਕਰੀ ਨੂੰ ਖੈਰਾਬਾਦ ਕਹਿ ਕੇ ਤੇ ਆਪਣਾ ਰੋਜ਼ੀ ਪਾਣੀ ਦਾ ਸਿਲਸਿਲਾ ਹੋਰ ਕਰ ਲਈਏ। ਯਾਕੂਬ ਸਾਹਿਬ ਡਾਕਟਰ ਅਮੀਰ ਹੈਦਰ ਸਾਹਿਬ ਦੀਆਂ ਡਿਗਰੀਆਂ ਚੈਲੰਜ ਹੋਈਆਂ ਨੇ, ਉਹਨਾਂ ਦੇ ਵਿੱਚ ਵੀ ਕੁਝ ਕਾਲਾ ਨਜ਼ਰ ਆ ਰਿਹਾ ਵਾ। ਡਾਕਟਰ ਅਵੈਸ ਬੇਟੂ ਸਾਹਿਬ ਜਿਹੜੇ ਨੇ ਉਹ ਬਿਲਕੁਲ ਹੀ ਨਾਅਹਿਲ ਨੇ ਗੌਰਮੈਂਟ ਦੇ ਕਾਗਜ਼ਾਂ 'ਚ, ਉਹ ਡਿਊਟੀ ਕਰ ਰਹੇ ਨੇ। ਤੁਹਾਡੇ ਕੋਲ ਤਾਂ ਸਾਰਾ ਕੁਝ ਠੀਕ ਹੈ, ਤੁਹਾਨੂੰ ਡਿਊਟੀ 'ਤੇ ਕਿਉਂ ਨਹੀਂ ਬੈਠਣ ਦੇ ਦਿੱਤਾ ਜਾ ਰਿਹਾ? ਤੁਸੀਂ ਤਾਂ ਵੈਲਿਡ ਹੋ, ਬੜੀ ਜ਼ਬਰਦਸਤ ਨੌਕਰੀ ਕੀਤੀ ਆ ਪਿਛਲੇ ਦੌਰ ਦੇ ਵਿੱਚ। ਸਰ ਇਹਨਾਂ ਦੀ ਸਿਰਫ ਮੁਨਾਫਕਤ ਔਰ ਮੁਨਾਫਕਪਨ ਜਿਹੜਾ ਨਾ ਜੀ ਇਹਨਾਂ ਲੋਕਾਂ ਦਾ ਉਹ ਸਾਨੂੰ ਤੰਗ ਕਰ ਰਿਹਾ, ਉਹੀ ਸਾਨੂੰ ਜਿਹੜਾ ਨਾ ਟੀਜ਼ ਕਰਦਾ,
ਉਹਦੇ 'ਚ ਸਾਡੇ ਆਲਾ ਅਫਸਰਾਨ ਵੀ ਸ਼ਾਮਲ ਨੇ, ਡਿਊਟੀ ਤੇ ਜਿਹੜੇ ਮੌਜੂਦ ਡਾਕਟਰ ਨੇ ਉਹ ਵੀ ਸ਼ਾਮਲ ਨੇ। ਉਹਨਾਂ ਦਾ ਤਾਂ ਪੁੱਛ-ਦੱਸ ਹੈ ਹੀ ਕੋਈ ਨਹੀਂ ਨਾ ਵੀ ਇਹਨਾਂ ਦੀਆਂ ਡਿਗਰੀਆਂ ਵੈਲਿਡ ਹੈ ਨੇ ਕਿ ਨਹੀਂ ਹੈ ਨੇ। ਇਹ ਤਾਂ ਹਰ ਕਮਿਸ਼ਨ ਨੂੰ ਚਾਹੀਦੀਆਂ ਨਾ ਵੀ ਇਹਨਾਂ ਦੀਆਂ ਡਿਗਰੀਆਂ ਜਿਹੜੀਆਂ ਉਹ ਵੈਰੀਫਾਈ ਕਰਵਾਈਆਂ ਜਾਣ। ਜਿੰਨੀ ਦੇਰ ਤੱਕ ਵੈਰੀਫਾਈ नहीं होंगी उन्नी देर तक इन्हों काम तो रोकया जाए बस। जी नाज़रीन, टीम वॉइस ऑफ पंजाब के साथ महवे गुफ्तगू थे मोहतरम जनाब चौधरी यकूब साहब, ये सीनियर डिस्पेंसर हैं THQ हॉस्पिटल आरीवाला के। ये एक ट्रेलर था, अभी ये एक छोटा सा समझ लें कि इश्तिहार था जो THQ आरीवाला के लिए हमने ऑन एयर किया है, लेकिन इसके पीछे जो नए पलंदे हैं, जो सबूत हैं, जो प्रूफ हैं, वो यकूब साहब जो हैं वो आरीवाला का जो प्रेस क्लब है रजिस्टर्ड, वहाँ पर इंशाल्लाह एक प्रेस कॉन्फ्रेंस करने जा रहे हैं। हमारी आवाम बड़ी बेताब है, हमारे अदारे भी उम्मीद है कि बेताब होंगे इनको सुनने और देखने के लिए, ताकि हमारे THQ हॉस्पिटल के अंदर बेहतरी लाई जा सके। मैं स्पेशली रिक्वेस्ट करूँगा सदर जो पंजाब के YDA के हैं, यंग डॉक्टर एसोसिएशन के, जिस तरह उन्होंने अपने सदर को जो है ना वो गलत साबित होने पर YDA से फ़ारग किया, इसी तरह वो एक्शन लें। जो आरीवाला THQ के अंदर जनाब डॉक्टर अवैस बेटू साहब बैठे हुए हैं और वो धमकियाँ लगा रहे हैं, कभी हमारे सहाफ़ियों को 2 टका का कहते हैं, कभी हमारे डिस्पेंसर साहब को कह रहे हैं कि 2 टके का डिस्पेंसर है, और YDA का मैं सदर हूँ, मैं ये कर दूँगा, मैं वो कर दूँगा। वॉइस ऑफ पंजाब की टीम के पास इसके प्रूफ भी हैं, इसके सबूत भी हैं, बवक्त ज़रूरत हम दे भी सकते हैं। हमारे अदारों को चाहिए कि सियासी मुदाखलत जो है वो THQ के अंदर ख़त्म की जाए, और हमारे जो डॉक्टर हैं, हमारा पैरामेडिकल स्टाफ है जो काम करने वाला है, उनके अंदर बेहतरी लाई जाए, उनके अखलाक के अंदर बेहतरी लाई जाए। आए रोज़ THQ आरीवाला के अंदर नए नए वाक़यात रोनुमा होते हैं, जिसके अंदर अभी अमीर हैदर साहब ने चंद दिन पहले जो हमने एक वीडियो ऑन एयर की है, एक बंदे को मुर्दा करार दे दिया, फिर वो जो है ना वो 2 घंटों के बाद जो है ना वो ज़िंदा हुए हैं, फिर उन्होंने वॉइस ऑफ पंजाब के ऊपर अपना इंटरव्यू नशर किया। इसी के बाद अगर मैं चिल्ड्रन वार्ड की बात करूं तो एक ख़तून ने बच्चे की डिलीवरी के दौरान जो हॉस्पिटल पहुंची है, उसने रोड के ऊपर अंदर सर्विसेज ना होने की वजह से रोड के ऊपर बच्चे को जन्म दिया। ये कितना अलमिया है हमारे मुल्क के अंदर। ये आरीवाला का THQ हॉस्पिटल है जिसके अंदर आए रोज़ ऐसे वाक़यात होते हैं, कुछ मंजर आम पर आते हैं, कुछ नहीं आते। ये हमारी आवाम के साथ एक बहुत बड़ा जुल्म है आरीवाला के अंदर जो हो रहा है, जिसके ऊपर अदारे खामोश हैं, हमारी सियासत इन्वॉल्वमेंट हो रही है, हमारे सहाफ़ी भी इसके अंदर जो है ना वो सरे फरिस्त हैं, जिनके अशीर बार के ऊपर हमारे डॉक्टर ये काम करते हैं। अभी वॉइस ऑफ पंजाब के इस इंटरव्यू के बाद जो है ना वो बड़े एलिगेशन लगेंगे, बड़ा थ्रेड किया जाएगा, लेकिन इंशाल्लाह टीम वॉइस ऑफ पंजाब साबित कदम है, साबित कदम रहेगी। और ऐसे ही अदारों के जो अंदर के हक़ाइक़ हैं, जो अंदर की मालूमात है, वो आवाम के सामने, अदारों के सामने रखेगी। इंशाल्लाह टीम वॉइस ऑफ पंजाब बहुत जल्द मिलेगी इसी इंटरव्यू के दूसरे हिस्से के साथ, प्रूफ और सबूत के साथ। अपना ख्याल रखिएगा। टीम वॉइस ऑफ पंजाब को इजाज़त दें। अल्लाह हामी व नासर।